Sorry, Okay, sir. once again, good morning, all the students. Yesterday, I was talking about the performance characteristics of radio receivers. We have discussed selectivity, sensitivity, fidelity, okay, and double spotting as well. Then we were talking about IF, fine. Then we were also talking about tracking. So because of the limitation of the time period yesterday, it was not completed. So today again I am going to discuss tracking. What is tracking otherwise? What is tracking error? How it can be removed? How it can be minimized? I mean, ਠੀਕ ਆ ਰੇਡੀਓ ਰਿਸੀਵਰ ਦੇ ਵਿੱਚ ਟਰੈਕਿੰਗ ਕੀ ਹੁੰਦੀ ਆ ਟਰੈਕ ਕਿਹਨੂੰ ਕਰਨਾ ਹਨਾ ਅਸਲ 'ਚ ਕੌਣ ਕਿਹਨੂੰ ਟਰੈਕ ਕਰਦਾ ਤਾਂ ਕਿ ਫਿਰ ਹਾਂ ਤੁਸੀਂ ਨੋਟ ਕੀਤਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੁਪਰ ਹੀਟਡ ਰੇਡੀਓ ਰਿਸੀਵਰ ਦਾ ਜਿਹੜੀ ਡਾਇਗਰਾਮ ਆ ਆਪਣੇ ਮਾਈਂਡ 'ਚ ਕਨਸੈਪਟ ਰੱਖੋ ਤੁਹਾਨੂੰ ਪਤਾ ਹੀ ਆ ਸੁਪਰ ਹੀਟਡ ਰੇਡੀਓ ਰਿਸੀਵਰ ਦੇ ਵਿੱਚ ਪਹਿਲਾਂ ਐਂਟੀਨਾ ਹੁੰਦਾ ਫਿਰ ਪਹਿਲੀ ਆਰਐਫ ਸਟੇਜ ਹੁੰਦੀ ਉਸ ਤੋਂ ਬਾਅਦ ਮਿਕਸਰ ਹੁੰਦਾ ਮਿਕਸਰ ਦੇ ਨਾਲ ਨੀਚੇ ਲੋਕਲ ਆਸੀਲੇਟਰ ਹੁੰਦਾ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਅਸੀਂ ਮਿਕਸਰ ਨੇ ਕੀ ਕਰਨਾ ਜਿਹੜੀ ਉੱਤੇ ਇਨਕਮਿੰਗ ਫ੍ਰੀਕੁਐਂਸੀ ਆਉਂਦੀ ਆ ਮਿਕਸਰ ਦਾ ਕੰਮ ਉਹਦੀਆਂ ਦੋ ਇਨਪੁੱਟ ਹੈ ਇੱਕ ਲੋਕਲ ਆਸੀਲੇਟਰ ਵਾਲੀ ਇਨਪੁੱਟ ਤੇ ਇੱਕ ਇਨਕਮਿੰਗ ਜਿਹੜੀ ਐਂਟੀਨਾ ਦੇ ਥਰੂ ਸਿਗਨਲ ਆਉਂਦਾ ਜਿਹੜੀ ਕੈਰੀਅਰ ਆਉਂਦਾ ਓਰੀਜਨਲ ਸਿਗਨਲ ਹੈ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਉਹਨੇ ਚਾਰ ਕੰਪੋਨੈਂਟ ਕੱਢਣੇ ਇੱਕ ਐਫਐਸ ਇੱਕ ਐਫ ਨੋਟ ਇੱਕ ਇੱਕ ਦੋਨਾਂ ਦਾ ਡਿਫਰੈਂਸ ਇੱਕ ਦੋਨਾਂ ਦਾ ਸਮ ਆਪਾਂ ਜਿਹੜੀ ਡਿਫਰੈਂਸ ਆ ਉਹਨੂੰ ਆਈਐਫ ਬੋਲਦੇ ਆ ਪਤਾ ਲੱਗ ਗਿਆ ਜਿਹੜਾ ਉਹ ਡਿਫਰੈਂਸ ਆ ਉਹਨੂੰ ਆਈਐਫ ਬੋਲਦੇ ਜਿਹੜੀ ਓਰੀਜਨਲ ਜਿਹੜੀ ਕੈਰੀਅਰ ਆ ਉਹਨੂੰ ਇੰਟਰਮੀਡੀਏਟ ਫ੍ਰੀਕੁਐਂਸੀ ਦੇ ਵਿੱਚ ਅਸੀਂ ਉਹਨੂੰ ਟਰਾਂਸਲੇਟ ਕਰ ਦਿੰਦਾ ਮਿਕਸਰ ਦਾ ਰੋਲ ਇਹ ਆ ਹੁਣ ਕੱਲ ਦੱਸਿਆ ਸੀ ਵੀ ਇਹ ਨਾਨ ਲੀਨੀਅਰ ਰੈਜ਼ਿਸਟੈਂਸ ਹੈ ਇੱਕ ਕਿਸਮ ਦੀ ਠੀਕ ਹੈ ਸਕੇਅਰ ਡਿਵਾਈਸ ਹੈ ਕਿਸਮ ਦੀ ਸਕੇਅਰਲਾ ਡਿਵਾਈਸ ਹੈ ਜਿਹੜੀ ਇੱਕ ਕਿਸਮ ਦਾ ਜਿੱਥੇ ਡਾਇਓਡ ਜਾਂ ਐਫਈਟੀ ਜਾਂ ਟਰਾਂਜ਼ਿਸਟਰ ਵੀ ਰੋਲ ਐਜ਼ ਐਕਟ ਕਰ ਸਕਦਾ ਆਪਾਂ ਪੀਸੀ ਦੇ ਵਿੱਚ ਪੜਿਆ ਸੀਗਾ ਜਦੋਂ ਡਾਇਓਡ ਡਿਟੈਕਟਰ ਦੀ ਗੱਲ ਕੀਤੀ ਸੀ ਸਕੇਅਰਲਾ ਡਿਟੈਕਟਰ ਠੀਕ ਹੈ ਤੋ ਇੱਥੇ ਨੋਟ ਕਰੋ ਰਿਸੀਵਰ ਹੈਜ਼ ਅ ਨੰਬਰ ਆਫ ਟਿਊਨੇਬਲ ਸਰਕਟਸ ਅੱਛਾ ਟਿਊਨੇਬਲ ਸਰਕਟ ਐਂਟੀਨਾ ਕੋਲ ਵੀ ਟਿਊਨੇਬਲ ਹੈ ਮਿਕਸਰ ਕੋਲ ਵੀ ਹੈ ਲੋਕਲ ਆਸੀਲੇਟਰ ਕੋਲ ਵੀ ਆ ਤੇ ਜਿਹੜੀ ਪਹਿਲੀ ਆਰਐਫ ਸਟੇਜ ਆ ਸਾਰਿਆਂ ਦੇ ਕੋਲ ਟਿਊਨਰ ਸਰਕਟ ਹੁੰਦਾ ਜਿਹੜੀ ਪਹਿਲੀ ਆਰਐਫ ਸਟੇਜ ਆ ਉਹਨੂੰ ਪ੍ਰੀ ਸਿਲੈਕਟੀਵਿਟੀ ਵੀ ਬੋਲਦੇ ਆ ਆਪਾਂ ਵੀ ਜੇ ਪਹਿਲਾਂ ਹੀ ਵਧੀਆ ਸਿਲੈਕਸ਼ਨ ਹੋ ਜਾਏ ਐਕਚੁਅਲ ਸਿਗਨਲ ਦੀ ਜਿਹੜਾ ਡਿਜ਼ਾਇਰਡ ਸਿਗਨਲ ਹੈ ਵਾਂਟਡ ਸਿਗਨਲ ਹੈ ਫਿਰ ਸਾਡੀ ਟਰੈਕਿੰਗ ਦੀ ਵੀ ਪ੍ਰੋਬਲਮ ਘਟ ਜਾਂਦੀ ਆ ਤੇ ਇਮੇਜ ਫ੍ਰੀਕੁਐਂਸੀ ਜਿਹੜੀ ਰਿਜੈਕਸ਼ਨ ਹੈ ਮਤਲਬ ਇਮੇਜ ਜਿਹੜਾ ਐਡਜੈਸੈਂਟ ਚੈਨਲ ਰਿਜੈਕਸ਼ਨ ਹੈ ਉਹ ਵੀ ਘਟ ਜਾਂਦਾ ਹੈ ਸੋ ਜੇ ਸਿਲੈਕਟੀਵਿਟੀ ਵਧੀਆ ਹੋਵੇ ਸੋ ਉਹ ਟਿਊਨਿੰਗ ਜ਼ਰੂਰੀ ਆ ਤੋ ਟਿਊਨਿੰਗ ਸਰਕਟ ਜਿਹੜਾ ਐਂਟੀਨਾ ਕੋਲ ਵੀ ਆ ਆਰਐਫ ਸਟੇਜ ਕੋਲ ਵੀ ਆ ਮਿਕਸਰ ਕੋਲ ਵੀ ਆ ਤੇ ਲੋਕਲ ਆਸੀਲੇਟਰ ਕੋਲ ਵੀ ਆ ਆਲ ਦੀ ਸਰਕਟਸ ਮਸਟ ਬੀ ਟਿਊਨਡ ਕਰੈਕਟਲੀ ਇਫ ਐਨੀ ਸਟੇਸ਼ਨ ਇਜ਼ ਟੂ ਬੀ ਟਿਊਨਡ ਮੰਨ ਲਓ ਕਿਸੇ ਇੱਕ ਸਟੇਸ਼ਨ ਨੂੰ ਮੈਂ ਜੇ ਟਿਊਨ ਕਰਨਾ ਮੰਨ ਲਓ ਮੈਂ ਕਹਿੰਦਾ ਵੀ ਮੈਨੂੰ ਕੋਈ ਪਾਰਟੀਕੂਲਰ ਸਟੇਸ਼ਨ ਚਾਹੇ ਉਹ ਐਫਐਮ ਦਾ ਚਾਹੇ ਮੀਡੀਅਮ ਵੇਵ ਦਾ ਤੇ ਜੇ ਮੈਂ ਕਿਸੇ ਪਾਰਟੀਕੂਲਰ ਸਟੇਸ਼ਨ ਨੂੰ ਟਿਊਨ ਕਰਨਾ ਤੇ ਮੈਨੂੰ ਸਾਰੇ ਜਿਹੜੇ ਟਿਊਨਡ ਸਰਕਟ ਆ ਉਹਨੂੰ ਕਰੈਕਟਲੀ ਟਿਊਨ ਕਰਨਾ ਪਊਗਾ ਫॉर ਦਿਸ ਰੀਜ਼ਨ ਕਪੈਸਿਟਰਸ ਦੀ ਜਿੰਨੇ ਟਿਊਨਡ ਸਰਕਟ ਸਾਰਿਆਂ ਦੇ ਵਿੱਚ ਕਪੈਸਿਟਰ ਲੱਗੇ ਹੁੰਦੇ ਆ ਸਾਰਿਆਂ ਨੂੰ ਮਤਲਬ ਉਹ ਸਾਰੇ ਦੇ ਆਰ ਗੈਂਗਡ ਮਤਲਬ ਇੱਕ ਗੈਂਗ ਬਣਾਇਆ ਸਾਰੇ ਜਿੰਨੀਆਂ ਸਟੇਜਾਂ ਸਾਰਿਆਂ ਦੇ ਕਪੈਸਿਟਰਸ ਨੂੰ ਇਕੱਠਿਆਂ ਕਨੈਕਟ ਕੀਤਾ ਹੁੰਦਾ ਉਹਨੂੰ ਬੋਲਦੇ ਗੈਂਗਡ ਮਕੈਨੀਕਲੀ ਕਪਲ ਟੂ ਈਚ ਅਦਰ ਤੋ ਇਸ ਅਰੇਂਜਮੈਂਟ ਦੇ ਨਾਲ ਇਟ ਇਜ਼ ਪੋਸੀਬਲ ਟੂ ਯੂਜ਼ ਓਨਲੀ ਵਨ ਟਿਊਨਿੰਗ ਕੰਟਰੋਲ ਫਿਰ ਇੱਕੋ ਹੀ ਟਿਊਨਿੰਗ ਕੰਟਰੋਲ ਦੇ ਨਾਲ ਆਪਾਂ ਸਾਰੇ ਕਪੈਸਿਟਰਸ ਨੂੰ ਇਕੱਠਿਆਂ ਹੀ ਟਿਊਨਿੰਗ ਕਰ ਲਈਦਾ ਪਤਾ ਲੱਗ ਗਿਆ ਔਰ ਇੱਕੋ ਫ੍ਰੀਕੁਐਂਸੀ ਦੇ ਟਿਊਨ ਹੋ ਜਾਂਦਾ ਸੋ ਲੋਕਲ ਆਸੀਲੇਟਰ ਫ੍ਰੀਕੁਐਂਸੀ ਜਿਹੜੀ ਆ ਇਹ ਲੋਕਲ ਆਸੀਲੇਟਰ ਫ੍ਰੀਕੁਐਂਸੀ ਲੋਕਲ ਆਸੀਲੇਟਰ ਨੇ ਜਨਰੇਟ ਕਰਨੀ ਆ ਇਹ ਇਟ ਮਸਟ ਬੀ ਪ੍ਰਸਾਈਜ਼ਲੀ ਐਡਜਸਟਡ ਟੂ ਅ ਵੈਲਿਊ ਵਿਚ ਇਜ਼ ਅਬਵ ਦੀ ਸਿਗਨਲ ਫ੍ਰੀਕੁਐਂਸੀ ਨੈਚੁਰਲੀ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਜ਼ਿਆਦਾ ਹੀ ਚਾਹੀਦੀ ਕਿਹਦੇ ਨਾਲੋਂ ਸਿਗਨਲ ਫ੍ਰੀਕੁਐਂਸੀ ਨਾਲੋਂ ਲੋਕਲ ਆਸੀਲੇਟਰ ਫ੍ਰੀਕੁਐਂਸੀ ਉਨੀ ਕੱਢਣੀ ਆ ਇਹ ਉਸ ਹਿਸਾਬ ਨਾਲ ਐਡਜਸਟ ਹੋਣੀ ਤਾਂ ਕਿ ਜਿਹੜਾ ਆਈਐਫ ਹੈ ਜੇ ਸਟੈਂਡਰਡ ਮੀਡੀਅਮ ਵੇਵ ਹੈ ਤਾਂ 455 ਕਿਲੋ ਹਰਟਸ ਕੱਢੇ ਤੇ ਜੇ ਐਫਐਮ ਰਿਸੀਵਰ ਹੈ ਤੇ ਉੱਥੇ 10.7 ਮੈਗਾ ਹਰਟਸ ਉਹ ਆਈਐਫ ਜਨਰੇਟ ਕਰੇ ਉਸ ਹਿਸਾਬ ਨਾਲ ਲੋਕਲ ਆਸੀਲੇਟਰ ਨੇ ਫ੍ਰੀਕੁਐਂਸੀ ਜਨਰੇਟ ਕਰਨੀ ਕਲੀਅਰ ਤੋ ਇਫ ਦਿਸ ਅਗਰ ਇਹ ਟਿਊਨਿੰਗ ਪ੍ਰੋਪਰ ਨਹੀਂ ਹੁੰਦੀ ਇਫ ਦਿਸ ਟਿਊਨਿੰਗ ਇਜ਼ ਨਾਟ ਡਨ ਪ੍ਰਸਾਈਜ਼ਲੀ ਦੈਨ ਫ੍ਰੀਕੁਐਂਸੀ ਡਿਫਰੈਂਸ ਕਰੈਕਟ ਨਹੀਂ ਹੋਣਾ ਅਗਰ ਇਹ ਟਿਊਨਿੰਗ ਪ੍ਰੋਪਰ ਨਹੀਂ ਹੁੰਦੀ ਫਿਰ ਜਿਹੜੀ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਦੇ ਵਿੱਚ ਓਰੀਜਨਲ ਸਿਗਨਲ ਘਟਦਾ ਇਹ ਜਿਹੜਾ ਡਿਫਰੈਂਸ ਹੈ ਇਹ ਕਰੈਕਟ ਨਹੀਂ ਹੋਏਗਾ ਅਗਰ ਟਿਊਨਿੰਗ ਪ੍ਰੋਪਰ ਨਹੀਂ ਹੁੰਦੀ ਸੋ ਇਹ ਜੇ ਟਿਊਨਿੰਗ ਪ੍ਰੋਪਰ ਨਹੀਂ ਹੁੰਦੀ ਦਿਸ ਟਾਈਪ ਆਫ ਐਰਰ ਇਜ਼ ਨੋਨ ਐਜ਼ ਟਰੈਕਿੰਗ ਐਰਰਸ ਪਤਾ ਲੱਗ ਗਿਆ ਬਿਕੋਜ਼ ਟਰੈਕਿੰਗ ਇਜ਼ ਅ ਪ੍ਰੋਸੈਸ in which the local oscillatory frequency follows ਔਰ ਟਰੈਕਸ ਦੀ ਸਿਗਨਲ ਫ੍ਰੀਕੁਐਂਸੀ ਅਸਲ 'ਚ ਕੀ ਕਰਦਾ ਟਰੈਕਿੰਗ ਕਿਹੜੀ ਪ੍ਰੋਸੈਸ ਆ ਜਿਹੜਾ ਲੋਕਲ ਆਸੀਲੇਟਰ ਆ ਰਿਸੀਵਰ ਦੇ ਵਿੱਚ ਇਹਦੀ ਜਿਹੜੀ ਫ੍ਰੀਕੁਐਂਸੀ ਆ ਇਹ ਓਰੀਜਨਲ ਸਿਗਨਲ ਨੂੰ ਟਰੈਕ ਕਰਦੀ ਆ ਯਾਨੀ ਉਹਨੂੰ ਫੋਲੋ ਕਰਦੀ ਆ
ਤੇ ਜੇ ਹਾਂ ਪਤਾ ਲੱਗ ਗਿਆ, ਜੇ ਇਹ ਟਰੈਕਿੰਗ ਪ੍ਰੋਪਰ ਨਹੀਂ ਹੈ ਫਿਰ ਐਰਰ ਆ ਜਾਣੀ ਹੈ, ਫਿਰ ਡਿਫਰੈਂਸ ਪ੍ਰੋਪਰ ਨਹੀਂ ਰਹਿਣਾ। ਠੀਕ ਹੈ, ਯਾਨੀ ਕਰੈਕਟ ਡਿਫਰੈਂਸ ਚਾਹੀਦਾ। ਜੇ ਉਹ ਕਰੈਕਟ ਡਿਫਰੈਂਸ ਨਹੀਂ ਆਊਗਾ ਤਾਂ ਸਾਡੀ ਇਹ ਐਰਰ ਆ ਜਾਏਗੀ। ਉਸ ਐਰਰ ਨੂੰ ਬੋਲਦਾ ਟਰੈਕਿੰਗ ਐਰਰਸ। So due to tracking errors, stations will appear away from the correct position on the frequency dial of the receiver। ਅਸੀਂ ਜਦੋਂ ਰਿਸੀਵਰ ਨੂੰ ਕਿਸੇ ਪਾਰਟਿਕੂਲਰ ਫ੍ਰੀਕੁਐਂਸੀ ਤੇ ਡਾਇਲ ਕਰਦੇ ਹਾਂ ਕਰੈਕਟ ਪੋਜੀਸ਼ਨ ਵਾਸਤੇ, ਤੇ ਜਿਹੜਾ ਐਕਚੁਅਲ ਸਿਗਨਲ ਹੈ ਉਹ ਕਰੈਕਟ ਪੋਜੀਸ਼ਨ ਤੋਂ ਅਵੇ ਹੁੰਦਾ, ਪਰੇ ਹੁੰਦਾ, ਫਿਰ ਸਾਡੀ ਪ੍ਰੋਬਲਮ ਆਉਣੀ ਹੈ, ਟਰੈਕਿੰਗ ਐਰਰ ਆ ਜਾਂਦੀ ਹੈ। ਸੋ ਪ੍ਰੈਕਟੀਕਲੀ ਇਟ ਇਜ਼ ਨਾਟ ਪੋਸੀਬਲ ਟੂ ਆਲਵੇਜ਼ ਕੀਪ ਅ ਕਾਂਸਟੈਂਟ ਡਿਫਰੈਂਸ ਬਿਟਵੀਨ ਐਫ ਨੋਟ ਐਫ। ਅਸਲ 'ਚ ਕੀ ਹੁੰਦਾ, ਅਸੀਂ ਤਾਂ ਚਾਹੁੰਦੇ ਹਾਂ ਆਈਡੀਅਲੀ, ਤੇ ਅਸੀਂ ਚਾਹੁੰਦੇ ਹਾਂ ਆਦਰਸ਼ ਤੌਰ ਤੇ ਵੀ ਐਫ ਨੋਟ ਤੇ ਐਫ ਐਸ ਵਿੱਚ ਜਿਹੜਾ ਡਿਫਰੈਂਸ ਆ ਉਹ ਸਟੈਂਡਰਡ ਰਵੇ, ਪਰ ਪ੍ਰੈਕਟੀਕਲੀ ਨਹੀਂ ਹੁੰਦਾ ਸਟੈਂਡਰਡ, ਕਿਉਂਕਿ ਕੰਪੋਨੈਂਟਸ ਦੀ ਵੀ ਕੁਝ ਲਿਮਿਟੇਸ਼ਨ ਹੁੰਦੀ ਆ, ਕੁਝ ਸਿਸਟਮ ਦੀ ਵੀ ਲਿਮਿਟੇਸ਼ਨ ਹੁੰਦੀ ਆ। ਜਿਹੜਾ ਬੰਦਾ ਆਪਰੇਟਰ ਬੈਠਾ, ਟਿਊਨਰ ਬੈਠਾ, ਉਹ ਉਤੇ ਵੀ ਨਹੀਂ ਐਡਜਸਟਮੈਂਟ ਹੁੰਦੀ। ਸੋ ਪ੍ਰੈਕਟੀਕਲੀ ਇਹ ਚੀਜ਼ਾਂ ਨਹੀਂ ਪੋਸੀਬਲ ਹੈ, ਪਰ ਅਸੀਂ ਕਹਿੰਦੇ ਫਿਰ ਵੀ ਉਹ ਜਿਹੜਾ ਡਿਫਰੈਂਸ ਹੈ ਉਹ ਬਹੁਤਾ ਜ਼ਿਆਦਾ ਡਿਫਰੈਂਸ ਨਾ ਹੋ ਕੇ ਕਲੋਜ਼ ਡਿਫਰੈਂਸ ਹੋਵੇ, ਤਾਂ ਕਿ ਐਰਰ ਘਟੇ। ਹੈਂਸ ਸਮ ਟਰੈਕਿੰਗ ਐਰਰ ਇਜ਼ ਆਲਵੇਜ਼ ਪ੍ਰੈਜ਼ੈਂਟ। तो कुछ ना कुछ एरर तो फिर रही है। सो प्रैक्टिकली सो ट्रैकिंग एरर कैन बी 2 पॉइंट ट्रैकिंग और 3 पॉइंट ट्रैकिंग। किदा कल मैं दस रहा सी 2 पॉइंट ट्रैकिंग किदा दी आ देखो ट्रैकिंग दो 2 पॉइंट ट्रैकिंग भी हो सकती, 3 पॉइंट ट्रैकिंग। जी 2 पॉइंट ट्रैकिंग है वो अगे फर्दर दो तरह की पैडर भी हो सकती है, ट्रिमर भी हो सकती है। असल च पैडर भी कैपेसिटर है, ट्रिमर भी कैपेसिटर है। इत्थे भी कैपेसिटर ही लगना, कैपेसिटेंस ਜਿਹੜਾ ਉਹਨੂੰ ਵੇਰੀਏਬਲ ਬਣਾਇਆ, ਉਹਨੂੰ ਵੇਰੀ ਕਰਕੇ ਕਪੈਸਿਟੈਂਸ ਵੇਰੀ ਕਰਦੀ ਆ। ਜਾਂ ਅਸੀਂ ਸੀਰੀਜ਼ 'ਚ ਲਗਾਉਂਦੇ ਜਾਂ ਸ਼ੰਟ 'ਚ ਲਗਾਉਂਦੇ ਆ। ਸ਼ੰਟ 'ਚ ਜਦੋਂ ਕਪੈਸਿਟਰ ਲਗਾਉਂਦੇ ਆ ਉਹਨਾਂ ਦੀ ਕਪੈਸਿਟੈਂਸ ਐਡ ਹੁੰਦੀ ਆ, ਤੇ ਜਦੋਂ ਸੀਰੀਜ਼ 'ਚ ਲਗਾਉਂਦੇ ਉਹਨਾਂ ਦੀ ਕਪੈਸਿਟੈਂਸ ਜਿਹੜੀ ਆ ਓਵਰਆਲ ਕਪੈਸਿਟੈਂਸ ਮਤਲਬ ਘਟ ਜਾਂਦੀ ਆ। ਰਜਿਸਟਰ ਜਿੱਦਾਂ ਸੀਰੀਜ਼ 'ਚ ਲਗਾਉਂਦੇ, ਰਜਿਸਟੈਂਸ ਸੀਰੀਜ਼ 'ਚ ਲਗਾਉਣ ਦੇ ਨਾਲ ਵੱਧ ਜਾਂਦੀ ਰਜਿਸਟੈਂਸ, ਪਰ ਰਜਿਸਟੈਂਸ ਨੂੰ ਜਦੋਂ ਪੈਰਲਲ 'ਚ ਲਗਾਉਂਦੇ ਆ ਉਹਦੀ ਰਜਿਸਟੈਂਸ ਘਟ ਜਾਂਦੀ ਓਵਰਆਲ। ਇਹ ਕਪੈਸਿਟਰ 'ਚ ਉਹਦੇ ਨਾਲ ਉਲਟਾ, ਜੇ ਕਪੈਸਿਟਰ ਨੂੰ ਸੀਰੀਜ਼ 'ਚ ਲਗਾਉਂਦੇ ਆ ਉਹਦੀ ਐਡੀਸ਼ਨ ਪੈਰਲਲ 1 ਹੁੰਦੀ ਆ, ਫਿਰ ਓਵਰਆਲ ਕਪੈਸਿਟੈਂਸ ਘਟ ਜਾਂਦੀ ਆ। ਤੇ ਜੇ ਆਪਾਂ ਕਪੈਸਿਟਰ ਨੂੰ ਪੈਰਲਲ 'ਚ ਲਗਾਵਾਂਗੇ ਉਹਦੀ ਕਪੈਸਿਟੈਂਸ ਵੱਧ ਜਾਏਗੀ। ਪਤਾ ਲੱਗਿਆ? ਹੁਣ ਕਪੈਸਿਟਰ ਵਧਣ ਦੇ ਨਾਲ, ਕਪੈਸਿਟੈਂਸ ਵਧਣ ਦੇ ਨਾਲ ਫ੍ਰੀਕੁਐਂਸੀ ਘਟ ਜਾਂਦੀ ਆ, ਤੇ ਕਪੈਸਿਟੈਂਸ ਘਟਣ ਦੇ ਨਾਲ ਫ੍ਰੀਕੁਐਂਸੀ ਵੱਧ ਜਾਂਦੀ ਹੈ। ਕਲੀਅਰ? ਕਿਉਂਕਿ XC ਜਿਹੜੀ ਕਪੈਸਿਟਰ ਦੀ ਰਿਐਕਟੈਂਸ ਹੈ ਨਾ, XC ਇਜ਼ ਇਕੁਅਲ ਟੂ 1/2 ਪਾਈ FC ਆ। ਪਤਾ ਲੱਗ ਗਿਆ? ਸਮਝ ਆ ਗਈ? ਇਹ ਮੈਂ ਤੁਹਾਨੂੰ ਮੈਡਮ ਸ਼ਾਇਦ ਹੁਣ ਤੁਹਾਨੂੰ ਫਿਲਟਰ ਵਿੱਚ ਵੀ ਕਰਾ ਰਹੇ ਹੋਣਗੇ, NFTL ਦਾ ਜਿਹੜਾ ਸਬਜੈਕਟ ਹੈ ਉਹ 'ਚ ਕਪੈਸਿਟਰ ਦਾ ਤੁਹਾਨੂੰ ਉਹਦੇ ਵਿੱਚ ਦੱਸਿਆ ਹੋਣਾ। ਠੀਕ ਹੈ, ਚਲੋ ਮੈਂ ਵੈਸੇ ਵੀ ਦੱਸਿਆ ਕਿਉਂਕਿ PC ਵਿੱਚ ਵੀ ਆਪਾਂ ਗੱਲ ਕੀਤੀ ਸੀ, EDC ਵਿੱਚ ਵੀ ਆਪਾਂ ਗੱਲ ਕੀਤੀ ਸੀ। ਹੁਣ 2 ਪੁਆਇੰਟ ਟਰੈਕਿੰਗ ਦੇ ਵਿੱਚ ਪਹਿਲਾਂ ਪੈਡਰ ਟਰੈਕਿੰਗ ਕੀ ਆ, ਆਹ ਦੇਖੋ, ਆਹ ਇੱਕ ਸਰਕਟ ਡਾਇਆਗ੍ਰਾਮ ਆ, ਇਹਦੇ ਵਿੱਚ ਕੱਲ ਮੈਂ ਦੱਸ ਰਿਹਾ ਪੈਡਰ ਟਰੈਕਿੰਗ ਐਂਡ ਐਰਰ ਇਨ ਪੈਡਰ ਟਰੈਕਿੰਗ। ਦੇਖੋ ਆਹ ਐਂਟੀਨਾ ਆ, ਤੇ ਇਹ ਹੈਗਾ ਆ ਲੋਕਲ ਔਸੀਲੇਟਰ ਦੇ ਆ ਰਿਸੀਵਰ ਦਾ, ਜਿਹੜੀ ਪਹਿਲੀ ਲੋਕਲ ਔਸੀਲੇਟਰ ਦੀ ਸਟੇਜ। ਐਂਟੀਨਾ ਕੋਲ ਵੀ ਜਿੱਥੇ L ਤੇ CS ਆ ਜਾਣ, ਚਾਹੇ ਉਹ ਸੀਰੀਜ਼ 'ਚ ਜੁੜੇ ਚਾਹੇ ਪੈਰਲਲ 'ਚ ਜੁੜੇ, ਉਹ ਟੈਂਕ ਸਰਕਟ ਜਾਂ ਰੈਜ਼ੋਨੈਂਟ ਸਰਕਟ ਬਣ ਜਾਂਦਾ। ਉਹਨੂੰ ਟਿਊਨਿੰਗ ਸਰਕਟ ਵੀ ਕਹਿੰਦੇ, 3-4 ਨਾਮ ਹੈ, ਟੈਂਕ ਸਰਕਟ, ਰੈਜ਼ੋਨੈਂਟ ਸਰਕਟ, ਟਿਊਨਿੰਗ ਸਰਕਟ। तो जिथे L ਤੇ C ਚਾਹੇ ਸੀਰੀਜ਼ ਜੁੜੇ ਚਾਹੇ ਪੈਰਲਲ ਜੁੜੇ, ਜੇ ਸੀਰੀਜ਼ ਜੁੜੇ ਤਾਂ ਸੀਰੀਜ਼ ਰੈਜ਼ੋਨੈਂਟ ਸਰਕਟ, ਤੇ ਜੇ ਪੈਰਲਲ ਜੁੜੇ ਤਾਂ ਪੈਰਲਲ ਰੈਜ਼ੋਨੈਂਟ ਸਰਕਟ। ਪਤਾ ਲੱਗ ਗਿਆ? ਉੱਥੇ ਫ੍ਰੀਕੁਐਂਸੀ ਜਨਰੇਟ ਹੋਣੀ ਆ। ਤੇ L ਤੇ C ਹੁਣ ਇਹਨਾਂ ਦੇ ਵਿੱਚ ਕਪੈਸਿਟਰ ਜਿਹੜੇ ਵੇਰੀਏਬਲ ਲੱਗੇ ਆ, ਆਹ ਦੇਖੋ ਜਿਹੜਾ CP ਕਪੈਸਿਟਰ ਹੈ ਇਹਨੂੰ ਪੈਡਰ ਕਪੈਸਿਟਰ ਕਹਿੰਦਾ। ਆਹ ਦੇਖੋ, ਇਹ ਸਮਾਲ ਵੇਰੀਏਬਲ ਕਪੈਸਿਟਰ CP ਕਾਲਡ ਪੈਡਰ ਕਪੈਸਿਟਰ। ਦਿਸ ਇਜ਼ ਕਨੈਕਟਡ ਇਨ ਸੀਰੀਜ਼ ਵਿਦ ਦੀ ਔਸੀਲੇਟਰ ਕੋਇਲ। ਕੋਇਲ ਦੇ ਨਾਲ ਇਹਨੂੰ ਸੀਰੀਜ਼ 'ਚ ਲਗਾਤਾ। ਠੀਕ ਹੈ, ਤੇ ਇਹਦਾ ਸੀਰੀਜ਼ ਕਨੈਕਸ਼ਨ ਔਸੀਲੇਟਰ ਕਪੈਸਿਟਰ ਦੇ ਨਾਲ ਵੀ ਹੋ ਗਿਆ। ਆ ਜਿਹੜਾ ਲੋਕਲ ਔਸੀਲੇਟਰ ਉਹਦੀ ਆਹ ਕਪੈਸਿਟੈਂਸ ਹੈ। ਤੋ ਜਿਹੜੀ ਹੁਣ ਕਿਉਂਕਿ ਦੋਨੋਂ ਕਪੈਸਿਟਰ ਸੀਰੀਜ਼ ਆ ਗਏ, ਇਹਨਾਂ ਦੀ ਓਵਰਆਲ ਕਪੈਸਿਟੈਂਸ ਘਟ ਜਾਣੀ ਆ। ਠੀਕ ਹੈ, ਤੇ ਓਵਰਆਲ ਕਪੈਸਿਟੈਂਸ ਈਵਨ ਔਸੀਲੇਟਰ ਦੀ ਕਪੈਸਿਟੈਂਸ ਤੋਂ ਵੀ ਘਟ ਜਾਣੀ ਹੈ, ਉਹ ਤੋਂ ਇਕੱਲੇ ਤੋਂ ਵੀ। ਤੋ ਜੇ ਕਪੈਸਿਟੈਂਸ ਓਵਰਆਲ ਘਟ ਗਈ, ਇਹਦੇ ਨਾਲ ਔਸੀਲੇਟਰ ਦੀ ਫ੍ਰੀਕੁਐਂਸੀ ਵੱਧ ਜਾਣੀ ਹੈ, ਮੈਂ ਪਹਿਲਾਂ ਦੱਸਿਆ ਕੱਲ। ਸੋ ਦਿਸ ਵਿਲ ਇਨਕਰੀਜ਼ ਦੀ ਔਸੀਲੇਟਰ ਫ੍ਰੀਕੁਐਂਸੀ ਮੇਕਿੰਗ ਦੀ ਟਰੈਕਿੰਗ ਐਰਰ ਪੋਜ਼ਿਟਿਵ। ਜਦੋਂ ਔਸੀਲੇਟਰ ਫ੍ਰੀਕੁਐਂਸੀ ਬਣ ਗਈ, ਜ਼ਿਆਦਾ ਹੋ ਗਈ, ਉਸ ਲਈ ਟਰੈਕਿੰਗ ਐਰਰ ਪੋਜ਼ਿਟਿਵ ਹੋ ਜਾਣੀ ਆ। ਤੇ ਜਿਹੜਾ ਪੈਡਰ ਕਪੈਸਿਟਰ ਆ, ਫਿਰ ਇਹਨੂੰ ਆਪਾਂ ਐਡਜਸਟ ਕਰਦੇ ਹਾਂ ਜ਼ੀਰੋ ਟਰੈਕਿੰਗ ਐਰਰ ਵਾਸਤੇ ਔਨ ਦੀ ਟੂ ਐਕਸਟ੍ਰੀਮ ਪੁਆਇੰਟਸ ਔਨ ਦੀ ਫ੍ਰੀਕੁਐਂਸੀ ਡਾਇਲ। ਕਲੀਅਰ? ਤੇ ਜਿਹੜਾ ਲਾਸਟ ਆ ਥੱਲੇ ਹੈਗੀ ਟ੍ਰਿਮਰ ਟਰੈਕਿੰਗ। ਟ੍ਰਿਮਰ ਟਰੈਕਿੰਗ ਦੇ ਵਿੱਚ ਕੀ ਆ, ਆਹ ਫੇਰ ਐਂਟੀਨਾ ਦਾ ਸਰਕਟ ਹੈ, ਇਹਦੇ ਵਿੱਚ ਵੀ LS ਸਰਕਟ ਲੱਗਾ, ਇਹ ਵੀ ਟਿਊਨਡ ਸਰਕਟ ਹੈ। ਹੁਣ ਲੋਕਲ ਔਸੀਲੇਟਰ ਦੇ ਵਿੱਚ ਇੱਕ ਕਪੈਸਿਟਰ ਹੋਰ ਲਗਾਤਾ, ਜਿੱਥੇ ਪਹਿਲਾਂ ਪੈਡਰ ਕਪੈਸਿਟਰ ਲਗਾਇਆ ਸੀ ਉਹ ਸੀਰੀਜ਼ 'ਚ ਲਗਾਇਆ ਸੀ, ਇੱਥੇ ਜਿਹੜਾ CTR ਟ੍ਰਿਮਰ ਕਪੈਸਿਟਰ ਇਹ ਇਹਦੇ ਪੈਰਲਲ 'ਚ ਲਗਾਤਾ। ਜਦੋਂ ਕਪੈਸਿਟਰ ਔਸੀਲੇਟਰ ਦਾ ਕਪੈਸਿਟਰ ਤੇ ਟ੍ਰਿਮਰ ਕਪੈਸਿਟਰ ਦੋਨੋਂ ਪੈਰਲਲ 'ਚ ਆ ਗਿਆ, ਓਵਰਆਲ ਕਪੈਸਿਟੈਂਸ ਘਟ ਜਾਣੀ ਹੈ, ਸੌਰੀ ਵੱਧ ਜਾਣੀ ਆ। ਪੈਰਲਲ 'ਚ ਕਪੈਸਿਟੈਂਸ ਵੱਧ ਜਾਣੀ, ਜਦੋਂ ਵਧੀ ਤੇ ਫ੍ਰੀਕੁਐਂਸੀ ਘਟ ਜਾਣੀ। ਸਮਝ ਆ ਗਈ? ਜੇ ਫ੍ਰੀਕੁਐਂਸੀ ਘਟੀ ਤੇ
ਜਿਹੜੀ ਆ ਟਰੈਕਿੰਗ ਐਰਰ ਆ ਉਹ ਨੈਗੇਟਿਵ ਹੋ ਜਾਣੀ। ਆ ਦੇਖਿਆ ਨਾ, ਨੈਗੇਟਿਵ ਹੋ ਗਈ, ਉੱਪਰ ਵਿੱਚ ਪੋਜ਼ਿਟਿਵ ਸੀ। ਕਲੀਅਰ? ਕਲੀਅਰ ਐਕਸਟ੍ਰੀਮ ਦੋ ਐਂਡ ਪੁਆਇੰਟ ਤੇ। ਫਿਰ ਆਪਾਂ ਯੈਸ ਸਰ। ਹਾਂ, ਫਿਰ ਆਪਾਂ ਉਹਨੂੰ ਐਡਜਸਟ ਕਰਦੇ ਆ ਕਿ ਸਾਡੀ ਜ਼ੀਰੋ ਟਰੈਕਿੰਗ ਐਰਰ ਆਵੇ। ਪਤਾ ਲੱਗ ਗਿਆ? ਠੀਕ ਹੈ। ਡਿਊ ਟੂ ਦੀ ਪੈਰਲਲ ਕੰਬੀਨੇਸ਼ਨ CTR ਤੇ C ਆਸੀਲੇਟਰ ਇਫੈਕਟ, ਕਪੈਸਿਟੈਂਸ ਜਿਹੜੀ ਆ ਉਹ ਪੈਰਲਲ ਦੇ ਵਿੱਚ ਦੀ ਕਪੈਸਿਟੀ ਉਹ ਵਿਲ ਬੀ ਗ੍ਰੇਟਰ, ਕਿਉਂਕਿ ਪੈਰਲਲ ਦੇ ਵਿੱਚ ਮੈਂ ਤੈਨੂੰ ਕੋਈ ਐਡ ਹੁੰਦੀ ਆ ਤੇ ਆਸੀਲੇਟਰ C ਆਸੀਲੇਟਰ ਨਾਲੋਂ, ਤੇ ਇਸ ਕਰਕੇ ਫ੍ਰੀਕੁਐਂਸੀ ਘਟ ਜਾਣੀ ਆ ਤੇ ਜਿਹੜੀ ਐਰਰ ਆ ਉਹ ਨੈਗੇਟਿਵ ਹੋ ਗਈ ਆ। ਸੋ ਟ੍ਰਿਮਰ ਨੂੰ ਅਸੀਂ ਐਡਜਸਟ ਕਰਦੇ ਤਾਂ ਕਿ ਦੋ ਐਕਸਟ੍ਰੀਮ ਜਿਹੜੇ ਫ੍ਰੀਕੁਐਂਸੀ ਡਾਇਲ ਦੇ ਦੋਨੋਂ ਐਂਡ ਪੁਆਇੰਟ ਆ ਉੱਥੇ ਸਾਡੀ ਜ਼ੀਰੋ ਐਰਰ ਆ। ਪਤਾ ਲੱਗ ਗਿਆ? ਹੁਣ 3 ਪੁਆਇੰਟ ਟਰੈਕਿੰਗ ਕੀ ਹੈ? ਇੱਥੇ ਵੀ ਕਪੈਸਿਟਰ ਦੀ ਗੱਲ ਆ ਰਹੀ ਆ। ਦੇਖੋ ਆ ਦੇਖੋ 3 ਪੁਆਇੰਟ ਕਪੈਸਿਟਰ ਦੀ ਆ ਐਂਟੀਨਾ, ਇਹਦੇ ਵਿੱਚ ਤੇ LS ਹੈਗੇ ਹੀ ਹੈਗੇ ਆ। ਜਿਹੜਾ ਹੁਣ ਆ ਲੋਕਲ ਆਸੀਲੇਟਰ ਵਿੱਚ ਆ, ਇੱਥੇ ਦੇਖੋ CTR ਤੇ CP, ਪੈਡਰ ਕਪੈਸਿਟਰ ਵੀ ਵੇਰੀਏਬਲ ਦਿਖਾਤਾ, CTR ਵੀ ਵੇਰੀਏਬਲ ਦਿਖਾਤਾ, ਆਸੀਲੇਟਰ ਵੀ ਵੇਰੀਏਬਲ ਦਿਖਾਤਾ। ਸੋ ਹੁਣ ਲੋਕਲ ਆਸੀਲੇਟਰ ਵਿੱਚ ਜਿਹੜੀ ਟ੍ਰਿਮਰ ਕਪੈਸਿਟਰਸ ਆ ਇਦਾਂ ਆਈ ਆ। ਠੀਕ ਹੈ। ਇੱਥੇ ਮਤਲਬ ਪੈਡਰ ਤੇ ਟ੍ਰਿਮਰ ਨੂੰ ਅਸੀਂ ਕੰਬਾਈਨ ਕਰਦੇ ਆ, ਪੈਡਰ ਤੇ ਟ੍ਰਿਮਰ ਕਪੈਸਿਟਰ ਕੰਬਾਈਨ ਹੋ ਗਿਆ, ਮਤਲਬ 3 ਫ੍ਰੀਕੁਐਂਸੀਜ਼ ਹੋਣੀਆਂ। ਸੋ 3 ਫ੍ਰੀਕੁਐਂਸੀਜ਼ ਆਫ ਕਰੈਕਟ ਟਰੈਕਿੰਗ ਐਡ ਵਿੱਚ ਦੇਖੋ 600, ਉਦਾਂ ਉਹਨੇ ਕਿਹਾ ਕਿ 600 ਤੇ 1500 2100 ਹੋ ਗਿਆ ਨਾ। 2100 ਦਾ ਜਿਹੜਾ ਅੱਧ ਆ ਉਹ 1050 ਬਣਦਾ, 950 ਦੀ ਬਜਾਏ ਇੱਥੇ 1050 ਆਉਣਾ, ਇਹ ਗਲਤ ਲਿਖਿਆ ਹੋਣਾ। ਇਹਨੂੰ ਉਹਨੇ ਮੀਨ ਕਿਹਾ, ਜਿਮੈਟ੍ਰਿਕ ਮੀਨ ਕਿਹਾ। ਪਰ ਜਿਮੈਟ੍ਰਿਕ ਮੀਨ ਉਦਾਂ, ਇਹ ਜਿਮੈਟ੍ਰਿਕ ਮੀਨ ਜਿਹੜਾ ਨਾ ਪਹਿਲੇ ਦਾ ਸਕੁਆਇਰ ਪਲੱਸ ਦੂਜਾ ਸਕੁਆਇਰ ਉਹਦਾ ਹੋਲ ਅੰਡਰ ਰੂਟ ਐਦਾਂ ਵੀ ਨਿਕਲਦਾ। ਚਲੋ ਦੇਖਦੇ ਆ ਕੀ ਕਹਿੰਦਾ। ਇਹ ਜਿਹੜੇ 3 ਪੁਆਇੰਟ ਆ ਇੱਥੇ ਐਰਰ ਜਿਹੜੀ ਆ ਜ਼ੀਰੋ ਹੋਣੀ ਚਾਹੀਦੀ। ਦੇਖੋ ਨਾ, ਇੱਥੇ ਵੀ ਜ਼ੀਰੋ, ਇੱਥੇ ਵੀ ਜ਼ੀਰੋ, ਆ ਜ਼ੀਰੋ ਵਾਲੀ ਲਾਈਨ ਆ ਨਾ। ਪਤਾ ਲੱਗ ਗਿਆ ਨਾ? ਟਰੈਕਿੰਗ ਐਰਰ ਜੇ ਹੁਣ ਐਸ ਅਪਰ ਹਾਫ ਦੇ ਵਿੱਚ ਪੋਜ਼ਿਟਿਵ ਆ, ਇੱਥੇ ਨੈਗੇਟਿਵ ਆ। ਤੇ ਕਹਿੰਦਾ ਕੀ ਆ, ਤਿੰਨ ਕਹਿੰਦਾ 3 ਫ੍ਰੀਕੁਐਂਸੀਜ਼ ਆਫ ਕਰੈਕਟ ਟਰੈਕਿੰਗ, ਪਹਿਲੀ ਫ੍ਰੀਕੁਐਂਸੀ, ਦੂਜੀ ਤੇ ਤੀਜੀ ਐਡ ਵਿੱਚ ਜ਼ੀਰੋ ਟਰੈਕਿੰਗ। ਸੋ ਐਸ ਫ੍ਰੀਕੁਐਂਸੀ ਦੀ ਟਰੈਕਿੰਗ ਜ਼ੀਰੋ, ਐਸ ਫ੍ਰੀਕੁਐਂਸੀ ਦੀ ਟਰੈਕਿੰਗ ਜ਼ੀਰੋ, ਐਸ ਫ੍ਰੀਕੁਐਂਸੀ ਦੀ ਟਰੈਕਿੰਗ ਜ਼ੀਰੋ। ਐਗਜ਼ਿਸਟ ਆਰ ਨਾਰਮਲੀ 600 ਕਿਲੋਹਰਟਜ਼, 1500 ਕਿਲੋਹਰਟਜ਼ ਐਂਡ ਦੀ ਜਿਮੈਟ੍ਰਿਕ ਮੀਨ ਉਹਨੇ 950 ਕਿਲੋਹਰਟਜ਼ ਕੱਢਿਆ। ਸੋ ਇਟਸ ਪੋਸੀਬਲ ਟੂ ਕੀਪ ਦੀ ਟਰੈਕਿੰਗ ਐਰਰ ਬਿਲੋ 3 ਕਿਲੋਹਰਟਜ਼। तो ਅਸੀਂ 3 ਕਿਲੋਹਰਟਜ਼ ਤੋਂ ਜਿਹੜੀ ਟਰੈਕਿੰਗ ਐਰਰ ਘੱਟ ਰੱਖ ਸਕਦੇ ਹਾਂ। ਕਲੀਅਰ? ਸੋ ਇਸ ਤਰੀਕੇ ਨਾਲ ਜਿਹੜੀ ਐਰਰ, ਜਿਹੜੀ ਟਰੈਕਿੰਗ ਐਰਰ ਆ, ਬੇਸਿਕਲੀ ਹੈ ਤਾਂ ਉਹ ਫ੍ਰੀਕੁਐਂਸੀ ਆ, ਜਿਹੜਾ ਆਈ ਟਰੈਕਿੰਗ ਐਰਰ ਕੀ ਆ ਕਿ ਲੋਕਲ ਆਸੀਲੇਟਰ ਸਿਗਨਲ ਜਿਹੜਾ ਤੇ ओरिजिनल ਸਿਗਨਲ, ਇਹਨਾਂ 'ਚ ਜਿਹੜਾ ਡਿਫਰੈਂਸ ਆ, ਅਗਰ 455 ਕਿਲੋਹਰਟਜ਼ ਤੋਂ ਵੱਧਦਾ ਜਾਂ ਘਟਦਾ, ਉਹ ਐਰਰ ਆ। ਮੇਰੀ ਗੱਲ ਸਮਝ ਆ ਗਈ? ਉਹ ਐਰਰ ਆ। ਤੋ ਉਹ ਥੋੜੀ ਬਹੁਤ ਐਰਰ ਤਾਂ ਠੀਕ ਆ, ਉਹ ਉਨੀ ਕੁ ਤਾਂ ਚੱਲਦੀ ਆ। ਪਰ ਜੇ ਜ਼ਿਆਦਾ ਐਰਰ ਹੋਵੇ ਫਿਰ ਉਹਨੂੰ ਕੰਟਰੋਲ ਕਿੱਦਾਂ ਕਰਨਾ, ਇਹਦੇ ਲਈ 2 ਪੁਆਇੰਟ ਤੇ 3 ਪੁਆਇੰਟ ਟਰੈਕਿੰਗ ਐਰਰ ਦੱਸੀ। ਗੱਲ ਕਲੀਅਰ ਹੋ ਗਈ? ਯੈਸ ਸਰ। ਹਾਂ, ਹੁਣ ਜਿਹੜੀ ਰਿਸੀਵਰ ਦੇ ਵਿੱਚ IF ਸਟੇਜ ਵੀ ਹੁੰਦੀ ਆ। ਮੈਂ ਪਹਿਲਾਂ ਕਿਹਾ ਆਪਾਂ ਸੁਪਰ ਹੀਟਡ ਰੇਡੀਓ ਰਿਸੀਵਰ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ। ਪਹਿਲੀ ਸਟੇਜ ਪਹਿਲਾਂ ਐਂਟੀਨਾ ਤੋਂ ਬਾਅਦ ਫਿਰ ਲੋਕਲ ਆਸੀਲੇਟਰ, ਪਹਿਲੀ ਸਟੇਜ RF, ਉਸ ਤੋਂ ਬਾਅਦ RF ਦੀ ਜਿਹੜੀ ਆਊਟਪੁੱਟ ओरिजिनल ਸਿਗਨਲ ਲੈ ਕੇ ਉੱਥੇ ਟਿਊਨ ਕਰ ਦਿੰਦੇ ਆ, ਉਹ ਮਿਕਸਰ ਨੂੰ ਦਿੰਦੇ ਆ। ਥੱਲੇ ਲੋਕਲ ਆਸੀਲੇਟਰ ਦੀ ਜਿਹੜੀ ਫ੍ਰੀਕੁਐਂਸੀ F0 ਹੋ ਗਈ, ਦੋਨਾਂ ਦਾ ਡਿਫਰੈਂਸ ਜਿਹੜਾ ਮਿਕਸਰ ਨੇ ਕੱਢ ਦੇਣਾ, ਉਹ IF ਪ੍ਰੋਡਿਊਸ ਕਰ ਦੂਗਾ। IF ਜਿਹੜੀ ਆ ओरिजिनल कैरियर ਹੁਣ IF ਦੇ ਵਿੱਚ ਰੀਪਲੇਸ ਹੋ ਗਿਆ ਤੇ ਅੱਗੇ ਤੇ IF ਐਂਪਲੀਫਾਇਰ ਹੈ। IF ਐਂਪਲੀਫਾਇਰ ਨੇ ਇਸ ਫ੍ਰੀਕੁਐਂਸੀ ਨੂੰ ਐਂਪਲੀਫਾਈ ਕਰਨਾ, ਔਰ ਜਿਹੜੀ ਐਂਪਲੀਫਾਈਡ IF ਹੈ ਉਹ ਅੱਗੇ ਅਸੀਂ ਡਿਟੈਕਟਰ ਨੂੰ ਦਿੰਨੇ ਆ। ਡਿਟੈਕਟਰ IF ਨੂੰ ਕੰਟਰੋਲ ਕਰ ਲੈਂਦਾ ਤੇ ਅੱਗੇ ਆਡੀਓ ਨੂੰ ਕੱਢ ਦਿੰਦਾ ਜਿਹਦੇ ਵਿੱਚ ओरिजिनल ਇਨਫੋਰਮੇਸ਼ਨ ਹੈ, ਤੇ ਫਿਰ ਉਹਨੂੰ ਐਂਪਲੀਫਾਈ ਕਰਕੇ ਪਾਵਰ ਵਧਾ ਕੇ ਅਸੀਂ ਸਪੀਕਰ ਨੂੰ ਦਿੰਨੇ ਆ ਐਦਾਂ। ਠੀਕ ਹੈ। ਅਸਲ 'ਚ ਕੀ ਆ, ਇੰਟਰਮੀਡੀਏਟ ਫ੍ਰੀਕੁਐਂਸੀ ਕੀ ਆ ਤੇ IF ਐਂਪਲੀਫਾਇਰਸ ਦਾ ਰੋਲ ਕੀ ਆ, ਔਰ IF ਦੀ ਚੁਆਇਸ ਕਿੱਦਾਂ ਆਪਾਂ ਕਰਦੇ ਹਾਂ, ਇੰਟਰਮੀਡੀਏਟ ਫ੍ਰੀਕੁਐਂਸੀ ਦੀ ਚੁਆਇਸ ਕਿੱਦਾਂ ਕਰਦੇ ਆ। ਠੀਕ ਹੈ। ਕਹਿੰਦਾ ਇੰਟਰਮੀਡੀਏਟ ਫ੍ਰੀਕੁਐਂਸੀ ਆਫ ਰੇਡੀਓ ਰਿਸੀਵਰ ਇਜ਼ ਅ ਕੰਪਰੋਮਾਈਜ਼। ਕਿਆ ਬਾਤ ਹੈ। ਅਸਲ 'ਚ ਸਮਝੌਤਾ ਆ ਕਿੱਦਾਂ, ਐਜ਼ ਦੇਅਰ ਆਰ ਰੀਜ਼ਨਸ ਵਾਈ ਇਟ ਸ਼ੁੱਡ ਬੀ ਨਾਈਦਰ ਲੋ ਨੋਰ ਹਾਈ, ਨਾਈਦਰ ਲੋ ਨੋਰ ਹਾਈ ਇਨ ਏ ਰੇਂਜ ਬਿਟਵੀਨ 2। ਅੱਛਾ, ਨਾਈਦਰ ਲੋ ਨੋਰ ਹਾਈ ਨੋਰ ਇਨ ਏ ਰੇਂਜ ਬਿਟਵੀਨ 2, ਤਿੰਨ ਚੀਜ਼ਾਂ, ਨਾ ਘੱਟ ਨਾ ਵੱਧ, ਨਾ ਘੱਟ ਤੇ ਵੱਧ ਦੇ ਵਿਚਕਾਰ। ਸਮਝ ਆ ਗਈ? ਨਾ ਘੱਟ, IF ਨਾ ਘੱਟ ਚਾਹੀਦੀ ਆ, ਨਾ ਵੱਧ ਚਾਹੀਦੀ ਆ, ਨਾ ਘੱਟ ਤੇ ਵੱਧ ਦੇ ਵਿਚਕਾਰ ਚਾਹੀਦੀ ਆ। ਸੋ ਤਦੇ ਉਹ ਕਹਿੰਦਾ ਕੰਪਰੋਮਾਈਜ਼ ਹੈ, ਸਮਝੌਤਾ। ਕਿੱਦਾਂ ਫਿਰ ਆਪਾਂ IF ਨੂੰ ਚੁਆਇਸ ਕਿੱਦਾਂ ਕਰੀਦੀ ਆ? ਚੁਆਇਸ ਆਫ IF ਡਿਪੈਂਡਸ ਅਪਨ ਦੀ ਫੋਲੋਇੰਗ ਫੈਕਟਰਸ। ਕਿਹੜੇ? IF ਸ਼ੁੱਡ ਨਾਟ ਬੀ ਟੂ ਲੋ, अगर बहुत टू हाई, अगर बहुत ज़्यादा हाई नहीं है, IF शुड नॉट बी टू हाई, नहीं होनी चाहिए,
as it will result in poor selectivity। ਤੇ ਜੇ IF ਬਹੁਤ ਜ਼ਿਆਦਾ ਹਾਈ ਜ਼ਿਆਦਾ ਹੋ ਗਈ ਸੌਰੀ ਜੇ ਬਹੁਤ ਜ਼ਿਆਦਾ ਹਾਈ ਹੋ ਗਈ ਨਹੀਂ ਹੋਈ ਕਹਿੰਦਾ ਨਹੀਂ IF should not be too high as it should result in ਅਗਰ ਮੰਨ ਲਓ ਜੇ ਬਹੁਤ ਜ਼ਿਆਦਾ ਹਾਈ ਹੋ ਗਈ ਸਿਲੈਕਟਿਵਿਟੀ ਪੂਅਰ ਹੋ ਜਾਣੀ। ਹਾਈ ਫ੍ਰੀਕੁਐਂਸੀ ਦਾ ਮਤਲਬ ਸਿਲੈਕਟਿਵਿਟੀ ਪੂਅਰ ਕੁਆਲਿਟੀ ਫੈਕਟਰ ਘਟ ਜਾਣਾ ਠੀਕ ਹੈ। ਐਂਡ ਦੇਅਰਫੋਰ ਪੂਅਰ ਐਡਜੈਸੈਂਟ ਚੈਨਲ ਰਿਜੈਕਸ਼ਨ ਜਦੋਂ ਇਦਾਂ ਹੁੰਦਾ ਨਾ ਬੇਟੇ ਬਹੁਤ ਜ਼ਿਆਦਾ ਫ੍ਰੀਕੁਐਂਸੀ ਜ਼ਿਆਦਾ ਵਾਈਡ ਹੋ ਗਈ ਉਹ 'ਚ ਸਾਨੂੰ ਚੈਨਲ ਨੂੰ ਮਤਲਬ ਨਾਲ ਲੱਗਦੇ ਚੈਨਲ ਵੀ ਆ ਜਾਣੇ ਕਹਿਣਾ ਉੱਥੇ ਰੇਂਜ ਜ਼ਿਆਦਾ ਹੈ ਇਹਦੇ ਵਿੱਚ ਆ ਵੀ ਮੇਰੀ ਮੈਂ ਵੀ ਪਕੜਿਆ ਗਿਆ ਤੇ ਜਿਹੜਾ ਐਕਚੁਅਲ ਸਿਗਨਲ ਹੈ ਉਹ ਵਿਚਾਰਾ ਨਾ ਪਕੜਨ ਦੀ ਬਜਾਏ ਨਾਲ ਲੱਗਦੇ ਜਿਹੜੇ ਆ ਉਹਨਾਂ ਨੂੰ ਰਿਜੈਕਟ ਕਰਨਾ ਮੁਸ਼ਕਲ ਹੋ ਜਾਂਦਾ। ਪਤਾ ਲੱਗ ਗਿਆ ਜੇ ਜ਼ਿਆਦਾ ਫ੍ਰੀਕੁਐਂਸੀ ਰੱਖੀਏ। ਸੋ ਦਿਸ ਇਜ਼ ਡਿਊ ਟੂ ਡਿਫਿਕਲਟੀ ਇਨ obtaining ਹਾਈ ਕੁਆਲਿਟੀ ਫੈਕਟਰ ਐਟ ਹਾਈ ਫ੍ਰੀਕੁਐਂਸੀ। ਓਬਵੀਅਸਲੀ ਹਾਈ ਫ੍ਰੀਕੁਐਂਸੀ ਤੇ ਕੁਆਲਿਟੀ ਫੈਕਟਰ ਘਟ ਜਾਣਾ ਕਿਉਂਕਿ ਜਿਹੜੇ ਨਾਲ ਲੱਗਦੇ ਚੈਨਲ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਵੀ ਘਟ ਜਾਂਦੀ ਆ ਸਿਲੈਕਟਿਵਿਟੀ ਪੂਅਰ ਹੋ ਜਾਂਦੀ। ਕਲੀਅਰ। ਇਫ ਦੀ IF ਇਜ਼ ਟੂ ਹਾਈ ਤੇ ਟਰੈਕਿੰਗ ਪ੍ਰੋਬਲਮ ਵੀ ਵੱਧ ਜਾਣੀ ਹੈ ਠੀਕ ਹੈ ਨਾ। ਟਰੈਕਿੰਗ ਤੇ ਜੇ IF ਬਹੁਤ ਜ਼ਿਆਦਾ ਵੱਧ ਗਈ ਹੈ ਤੇ ਟਰੈਕਿੰਗ ਪ੍ਰੋਬਲਮ ਵੱਧ ਜਾਣੀ ਹੈ ਤੇ ਜੇ IF ਬਹੁਤ ਘਟ ਗਈ ਦੈਨ ਇਮੇਜ ਫ੍ਰੀਕੁਐਂਸੀ ਰਿਜੈਕਸ਼ਨ ਪੂਅਰ ਹੋ ਜਾਣੀ ਹੈ। ਬਹੁਤ ਘਟ ਦੀ ਵੀ ਪ੍ਰੋਬਲਮ ਹੈ ਜੇ IF ਇਜ਼ ਲੋਅਰਡ ਦੈਨ ਇਮੇਜ ਫ੍ਰੀਕੁਐਂਸੀ ਰਿਜੈਕਸ਼ਨ ਇਜ਼ ਪੂਅਰ ਠੀਕ ਹੈ। ਇਮੇਜ ਫ੍ਰੀਕੁਐਂਸੀ ਕਿਹੜੀ ਹੁੰਦੀ ਮੈਂ ਕੱਲ ਦੱਸਿਆ ਸੀ। ਇਮੇਜ ਫ੍ਰੀਕੁਐਂਸੀ ਜਿਹੜੀ ਆ ਉਹ ਓਰੀਜਨਲ ਸਿਗਨਲ ਦਾ ਇਮੇਜ ਹੈ। ਕੱਲ ਦੱਸਿਆ ਸੀ ਜਿਹੜੀ F0 ਦੇ ਵਿੱਚ ਐਡ ਹੋ ਗਈ F0 plus 2IF ਜਾਂ F0 minus 2IF ਕੱਲ ਦੱਸੇ ਸੀ ਨਾ ਉਹ ਇਮੇਜ ਫ੍ਰੀਕੁਐਂਸੀ ਦੇ ਕੰਪੋਨੈਂਟ ਹੈ ਤੇ ਉਹ ਵੀ ਘਟਣੀ ਚਾਹੀਦੀ ਹੈ। ਉਹ ਵੀ ਆਪਾਂ ਕਿਉਂ ਕਿਹਾ ਕਿਦਾਂ ਕਿਹਾ ਸੀ ਘਟਣੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ IF ਤੇ RF ਦੋ ਸਟੇਜਾਂ ਆ ਜਿਹੜੀਆਂ ਐਂਪਲੀਫਾਇਰ ਦਾ ਗੇਨ ਤੇ ਫ੍ਰੀਕੁਐਂਸੀ ਡਿਸਾਈਡ ਕਰਦੀਆਂ ਤੇ ਉੱਥੇ ਉਹ ਗੇਨ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ ਠੀਕ ਹੈ। A very low IF can make the selectivity too sharp। अगर बहुत ज़्यादा लो IF है तो selectivity sharp तो हो जाऊ पर selectivity ने की करना exact ਜਿਹੜਾ signal है ਉਹਨੂੰ ਪਕੜਨ ਦੀ ਬਜਾਏ ਉਹਨੇ ਨਾਲ ਲੱਗਦੇ ਜਿਹੜੇ ਸਾਈਡ ਬੈਂਡ ਹੈ ਉਹਨੂੰ ਕੱਟ ਕਰ ਦੇਣਾ। ਟੂ ਸ਼ਾਰਪ ਕਟਿੰਗ ਦੀ ਸਾਈਡ ਬੈਂਡਸ ਕਿਉਂਕਿ ਫ੍ਰੀਕੁਐਂਸੀ ਬਹੁਤ ਨੈਰੋ ਹੋ ਜਾਣੀ ਹੈ ਠੀਕ ਹੈ ਨਾ ਜੇ ਟੂ ਲੋ ਦੀ ਗੱਲ ਕਰਦੇ ਆ। ਸੋ ਫॉर ਵੈਰੀ ਲੋ IF ਫ੍ਰੀਕੁਐਂਸੀ ਸਟੇਬਿਲਿਟੀ ਆਫ ਦੀ ਲੋਕਲ ਔਸੀਲੇਟਰ ਮਸਟ ਬੀ ਹਾਈ। ਹੁਣ ਲੋ ਫ੍ਰੀਕੁਐਂਸੀ ਲੋ IF ਵਾਸਤੇ ਜਿਹੜਾ ਲੋਕਲ ਔਸੀਲੇਟਰ ਹੈ ਉਹਦੀ ਸਟੇਬਿਲਿਟੀ ਬਹੁਤ ਜ਼ਿਆਦਾ ਚਾਹੀਦੀ ਹੈ ਕਿਉਂਕਿ ਮਾੜਾ ਜਿਹਾ ਵੀ ਜੇ ਡ੍ਰਿਫਟ ਆ ਗਿਆ ਉਹਦੀ ਲੋਕਲ ਔਸੀਲੇਟਰ ਦੀ ਫ੍ਰੀਕੁਐਂਸੀ ਦੇ ਵਿੱਚ ਉਹਦੇ ਨਾਲ ਲਾਰਜ ਐਰਰ ਆ ਜਾਣੀ। ਕਲੀਅਰ। ਮਾੜੀ ਜਿਹੀ ਵੀ ਡ੍ਰਿਫਟਿੰਗ ਕਰਕੇ ਉਹਦੀ ਲੋਕਲ ਔਸੀਲੇਟਰ ਦੀ ਫ੍ਰੀਕੁਐਂਸੀ ਤੇ ਉਹਦੇ ਵਿੱਚ ਲਾਰਜ ਐਰਰ ਪ੍ਰੋਡਿਊਸ ਹੋ ਜਾਣੀ ਹੈ। ਸੋ ਇਫ IF ਮਸਟ ਨਾਟ ਫਾਲ ਵਿਦਨ ਦੀ ਟਿਊਨਿੰਗ ਰੇਂਜ ਆਫ ਦਾ ਰਿਸੀਵਰ। ਉਹੀ ਕਹਿੰਦਾ ਜੇ IF ਰਿਸੀਵਰ ਦੀ ਟਿਊਨਿੰਗ ਰੇਂਜ ਦੇ ਵਿੱਚ ਨਹੀਂ ਆਉਂਦੀ ਫਾਲ ਨਹੀਂ ਕਰਦੀ ਅਦਰਵਾਈਜ਼ ਇਨਸਟੇਬਿਲਿਟੀ ਵਿਲ ਅਕਰ ਐਂਡ ਹੀਟਰੋਡਾਈਨ ਵਿਸਲਸ ਵਿਲ ਬੀ ਹਰਡ। ਫਿਰ ਇਨਸਟੇਬਿਲਿਟੀ ਕ੍ਰੀਏਟ ਹੋ ਜਾਏਗੀ ਅਗਰ ਉਹਦੀ ਟਿਊਨਿੰਗ ਰੇਂਜ ਵਿੱਚ ਨਹੀਂ ਆਉਂਦੀ ਇਨਸਟੇਬਿਲਿਟੀ ਹੋ ਜਾਏਗੀ ਹੋਰ ਕੋਈ ਫ੍ਰੀਕੁਐਂਸੀ ਆ ਜਾਊਗੀ ਤੇ ਸਾਨੂੰ ਦੋਨਾਂ ਦਾ ਮਿਕਸਚਰ ਜਿਹਾ ਕੰਬੀਨੇਸ਼ਨ ਸੁਣੂਗਾ ਸੀਟੀਆਂ ਜੀਆਂ ਸੁਣਨਗੀਆਂ ਦੋਨਾਂ ਦੀਆਂ ਠੀਕ ਹੈ ਨਾ। ਸੋ ਦਿਸ ਵਿਲ ਮੇਕ ਦੀ ਟਿਊਨਿੰਗ ਇੰਪੋਸੀਬਲ। ਪਤਾ ਲੱਗ ਗਿਆ। ਇਸ ਤਰੀਕੇ ਨਾਲ ਟਿਊਨਿੰਗ ਜਿਹੜੀ ਕਰਨੀ ਆ ਉਹ ਮੁਸ਼ਕਲ ਹੋ ਜਾਏਗੀ। ਸਟੈਂਡਰਡ ਜਿਹੜਾ AM ਰਿਸੀਵਰ ਹੈ AM ਦਾ ਮਤਲਬ ਐਂਪਲੀਟਿਊਡ ਮੋਡੂਲੇਸ਼ਨ ਬੇਸਡ ਮੀਡੀਅਮ ਵੇ ਫ੍ਰੀਕੁਐਂਸੀ ਰਿਸੀਵਰ ਜਿਹੜਾ ਉਹਦੇ ਵਿੱਚ ਜਿਹੜੀ IF ਹੈ ਉਹ 438 ਤੋਂ ਲੈ ਕੇ 465 ਕਿਲੋਹਰਟਜ਼ ਦੇ ਵਿੱਚ ਰੱਖੀ ਜਾਂਦੀ ਆ ਪਰ ਜਿਹੜੀ ਸਟੈਂਡਰਡ ਵੈਲਿਊ ਆ ਮੋਸਟ ਪਪੂਲਰ ਆ ਉਹ 455 ਹੈ। ਕਲੀਅਰ ਕਲੀਅਰ। यस सर। ਹਾਂ हाँ जी सर। ਠੀਕ ਹੈ। ਇਸ ਤੋਂ ਬਾਅਦ IF ਐਂਪਲੀਫਾਇਰ ਦੀ ਆਪਾਂ ਸਟੇਜ ਪੜ੍ਹਦੇ ਹਾਂ। IF ਐਂਪਲੀਫਾਇਰ ਹੈ ਕੀ ਹੈ। ਟਿਪੀਕਲ IF ਐਂਪਲੀਫਾਇਰ ਇਜ਼ ਸ਼ੋਨ ਐਜ਼ ਇਸ ਫਿਗਰ ਵਿੱਚ ਅੱਗੇ ਮੈਂ ਦਿਖਾਣਾ ਐਜ਼ ਵੀ ਡਿਸਕਸਡ ਇਨ ਦਾ ਅਰਲੀਅਰ ਸੈਕਸ਼ਨ IF ਐਂਪਲੀਫਾਇਰਸ ਵਿਲ ਡਿਸਾਈਡ ਦੀ ਸੈਂਸਿਟੀਵਿਟੀ ਐਂਡ ਸਿਲੈਕਟਿਵਿਟੀ ਆਫ ਦੀ ਰਿਸੀਵਰ। ਸੋ IF ਐਂਪਲੀਫਾਇਰ ਜਿਹੜੇ ਆ ਉਹ ਸੈਂਸਿਟੀਵਿਟੀ ਤੇ ਸਿਲੈਕਟਿਵਿਟੀ ਦੋਨਾਂ ਨੂੰ ਡਿਸਾਈਡ ਕਰਦੇ ਕਿਹਦੀ ਰਿਸੀਵਰ ਦੀ ਸੈਂਸਿਟੀਵਿਟੀ ਤੇ ਸਿਲੈਕਟਿਵਿਟੀ। ਪਤਾ ਲੱਗ ਗਿਆ। ਇਹ IF ਐਂਪਲੀਫਾਇਰ ਨੇ ਡਿਸਾਈਡ ਕਰਨਾ। ਆਪਾਂ ਇਹਨੂੰ ਦੇਖਦੇ ਹਾਂ ਕਿਦਾਂ ਦਾ ਸਰਕਟ ਹੈ। ਆਹ ਦੇਖੋ ਦਿਖਾ ਲਿਆ ਪਹਿਲਾਂ ਇਹ ਆਹ ਦੇਖੋ ਠੀਕ ਹੈ। ਇਹ ਟੂ ਸਟੇਟ IF ਐਂਪਲੀਫਾਇਰ ਯੂਜ਼ਿੰਗ ਬਾਈਪੋਲਰ ਟ੍ਰਾਂਜ਼ਿਸਟਰ। ਟੂ ਸਟੇਜ ਜਾਂ ਸਟੇਜ ਕਹਿ ਲਓ ਇੱਕ ਟ੍ਰਾਂਜ਼ਿਸਟਰ ਇਹ ਆ ਦੂਜਾ ਇਹ ਆ ਇਹਨਾਂ ਦਾ ਕੰਮ ਤਾਂ ਐਂਪਲੀਫਾਈ ਕਰਨਾ ਪਰ ਇਹਦੇ ਵਿੱਚ ਤੁਸੀਂ ਇੱਕ ਨੋਟ ਕਰੋ ਇੱਕ ਆਹ ਟਰਾਂਸਫਾਰਮਰ ਇੱਕ ਆਹ ਟਰਾਂਸਫਾਰਮਰ ਇੱਕ ਆਹ ਟਰਾਂਸਫਾਰਮਰ IFT1 IFT2 IFT3 ਇਹ ਤਿੰਨ ਇੰਟਰਮੀਡੀਏਟ ਫ੍ਰੀਕੁਐਂਸੀ ਟਰਾਂਸਫਾਰਮਰ ਲੱਗੇ ਹੁੰਦੇ ਆ। ਇਹ ਰੇਡੀਓ ਦਾ ਜਿਹੜਾ ਆਪਾਂ ਟ੍ਰਾਂਜ਼ਿਸਟਰ ਕਹਿੰਦੇ ਨਾ ਉਹ ਤਿੰਨ IFT ਆ ਅਸਲ 'ਚ ਇਹਨਾਂ ਦੇ ਵਿੱਚ ਕੀ ਹੈ ਇੱਕ ਮੈਟਲ ਬਾਕਸ ਦੇ ਵਿੱਚ ਹੈ ਨਾ ਇਹਨਾਂ ਦੇ ਵਿੱਚ ਇੱਕ ਕੋਰ ਪਾਈ ਹੁੰਦੀ ਆ ਇਹਨੂੰ ਟਿਊਨ ਕਰ ਸਕਦੇ ਆਪਾਂ ਉੱਥੇ ਕੱਟ ਜਿਹਾ ਲੱਗਾ ਹੁੰਦਾ
ਤੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਕਿਤੇ ਰੇਡੀਓ ਸੈੱਟ ਖੋਲਿਆ ਹੋਵੇ ਜਾਂ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਰੇਡੀਓ ਸੈੱਟ ਵੀ ਹੋਊਗਾ ਉਹਦੇ ਵਿੱਚ IFT ਦੀਆਂ 3 ਸਟੇਜਾਂ ਲੱਗੀਆਂ ਹੁੰਦੀਆਂ, ਠੀਕ ਹੈ, ਇਹਨੂੰ L ਟਾਈਪ ਬੈਂਡ ਵੀ ਬੋਲਦੇ ਆ, L ਟਾਈਪ ਸ਼ੇਪ ਵੀ ਬੋਲਦੇ ਆ। 3 IFT ਛੋਟੇ ਛੋਟੇ ਟਰਾਂਸਫਾਰਮਰ ਲੱਗੇ ਆ। ਜਦੋਂ ਇਹਨੂੰ ਕਿਸੇ ਪਾਰਟਿਕੂਲਰ ਫ੍ਰੀਕੁਐਂਸੀ ਤੇ ਟਿਊਨ ਕਰਨਾ ਤੇ ਇੱਥੇ ਸਕਰੂ ਪਾ ਕੇ ਇਹਨੂੰ ਟਿਊਨ ਕਰ ਦਿੱਤਾ ਜਾਂਦਾ। ਅਸੀਂ ਤੁਹਾਨੂੰ ਦਿਖਾ ਲਾਂਗੇ ਪ੍ਰੈਕਟੀਕਲ ਕਰਦੇ ਹਾਂ, ਠੀਕ ਹੈ। ਹੈਲੋ, ਹਾਂਜੀ ਹਾਂਜੀ ਠੀਕ ਹੈ ਸਰ। ਹਾਂ, ਤੇ ਜਿਹੜੀ ਪਹਿਲੀ ਸਟੇਜ ਫਸਟ IF ਉਹਨੇ ਕਿਹਾ ਕਿਉਂਕਿ ਇੱਥੇ ਇੱਕ ਟ੍ਰਾਂਜ਼ਿਸਟਰ ਲਗਾ ਐਜ਼ ਇਹਨੇ ਐਂਪਲੀਫਾਈ ਕਰਨਾ। ਜਿਹੜੀ IF ਆ ਇਧਰ ਪ੍ਰੋਡਿਊਸ ਹੋਣੀ ਹੈ ਨਾ, ਦੇਖ ਇਨਪੁਟ ਫਰੋਮ ਦਾ ਮਿਕਸਰ, ਜਿਹੜੀ ਮਿਕਸਰ ਨੇ ਆਊਟਪੁੱਟ ਕੱਢਣੀ ਆ ਉਹ ਤਾਂ IF ਹੀ ਕੱਢਣੀ ਆ ਨਾ। IF ਨੂੰ ਫਰਦਰ ਐਸ ਟ੍ਰਾਂਜ਼ਿਸਟਰ ਨੇ ਐਂਪਲੀਫਾਈ ਕਰ ਦੇਣਾ, ਠੀਕ ਹੈ ਨਾ। ਫਰਦਰ ਜੇ ਸਫੀਸ਼ੀਐਂਟ ਨਹੀਂ ਹੁੰਦੀ ਫਿਰ ਐਂਪਲੀਫਿਕੇਸ਼ਨ ਅਸੀਂ ਹੋਰ ਕਰਦੇ ਹਾਂ ਟ੍ਰਾਂਜ਼ਿਸਟਰ ਦੇ ਨਾਲ। ਆ ਜਿਹੜੀਆਂ ਰਜਿਸਟਰ ਵਗੈਰਾ ਜੁੜਿਆ ਇਹ ਤਾਂ ਇੱਕ ਐਸੋਸੀਏਟਡ ਸਰਕਟਰੀ ਆ ਨਾਲ ਪੂਰਾ ਕੰਪਲੀਟ ਕਰਨ ਵਾਸਤੇ, ਠੀਕ ਹੈ। CN ਜਿਹੜਾ ਕਪੈਸਿਟਰ ਹੈ ਉਹਦੇ ਨਾਲ ਵੀ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਫਿਰ ਜਿਹੜੀ ਅਸੀਂ ਇਹ ਜਿਹੜੀ IF ਐਂਪਲੀਫਾਇਰ ਦੀ ਆਊਟਪੁੱਟ ਆ ਅਸੀਂ ਕਿਹਨੂੰ ਦਿੰਨੇ ਅੱਗੇ, ਡਿਟੈਕਟਰ ਨੂੰ ਦਿੰਨੇ ਆ ਨਾ। ਡਿਟੈਕਟਰ ਫਿਰ ਆਡੀਓ ਉਹਨੂੰ IF ਨੂੰ ਸਟਾਪ ਕਰ ਲੈਂਦਾ। ਜਿਹੜੀ IF ਉਹ ਆ ਜਿਹੜੀ ਕੈਰੀਅਰ ਤੋਂ ਰਿਪਲੇਸ ਹੋ ਗਈ, ਕੱਢਣੀ ਕਹਿੰਦੇ ਮਿਕਸਰ ਨੇ, ਕਿਹਦੀ ਹੈਲਪ ਨਾਲ, ਲੋਕਲ ਆਸੀਲੇਟਰ ਦੇ ਨਾਲ, ਠੀਕ ਹੈ। ਤੇ ਫਿਰ ਜਿਹੜੀ IF ਐਂਪਲੀਫਾਈ ਕਰਕੇ ਉਹਨੇ, ਕਿਉਂਕਿ IF ਐਂਪਲੀਫਾਇਰ ਨੇ ਸਿਲੈਕਟਿਵਿਟੀ ਤੇ ਸੈਂਸਿਟਿਵਿਟੀ ਡਿਸਾਈਡ ਕਰਦਾ ਔਰ ਬਹੁਤ ਸਾਰੇ ਹੋਰ ਫੈਕਟਰ ਵੀ ਹੈ, ਇਸ ਕਰਕੇ ਉਹਨੂੰ ਐਂਪਲੀਫਾਈ ਕਰਦੇ ਆ। ਫਿਰ ਡਿਟੈਕਟਰ ਤੋਂ ਜਾਣ ਤੋਂ ਪਹਿਲਾਂ ਉਹ ਕੈਰੀਅਰ 'ਚ ਜਿਹੜੀ IF ਹੈ ਉਹਨੂੰ ਸਟਾਪ ਕਰ ਦਿੰਦਾ ਤੇ ਜਿਹੜੀ ਆਡੀਓ ਓਰੀਜਨਲ ਹੈ ਉਹਨੂੰ ਅੱਗੇ ਉਹਨੇ ਕੈਰੀ ਕਰ ਲੈਣਾ। ਫਿਰ ਉਹਨੂੰ ਐਂਪਲੀਫਾਈ ਕਰਕੇ ਪਾਵਰ ਵਧਾ ਕੇ ਸਪੀਕਰ ਨੂੰ ਦੇ ਦਿੰਦਾ। ਕਲੀਅਰ ਬੱਚੋ? ਸਰ ਹਾਂ, ਬੜੀ ਵਾਰੀ ਮੈਂ ਤੁਹਾਨੂੰ ਇਹ ਚੀਜ਼ਾਂ ਰਿਪੀਟ ਕਰ ਦਿੱਤੀਆਂ। IF ਐਂਪਲੀਫਾਇਰ ਇਜ਼ ਅ ਫਿਕਸਡ ਫ੍ਰੀਕੁਐਂਸੀ ਐਂਪਲੀਫਾਇਰ, ਨੋਟ ਕਰੋ। IF amplifier is a fixed frequency amplifier. It is supposed to select the desired frequency and reject the unwanted. ਇਹਦਾ ਮਕਸਦ ਕੀ ਆ? ਫਿਕਸਡ ਫ੍ਰੀਕੁਐਂਸੀ ਦਾ ਮਤਲਬ ਇੱਕੋ ਫ੍ਰੀਕੁਐਂਸੀ ਉਹਨੇ ਸਿਲੈਕਟ ਕਰਨੀ ਆ, ਉਹਨੂੰ ਕਹਿੰਦੇ ਡਿਜ਼ਾਇਰਡ, ਉਹਨੂੰ ਸਿਲੈਕਟ ਕਰ ਲੈਣਾ, ਬਾਕੀਆਂ ਨੂੰ ਅਨਵਾਂਟਡ ਜਿਹੜੀਆਂ ਉਹਨੂੰ ਰਿਜੈਕਟ ਕਰ ਦੇਣਾ। Therefore its frequency response must have steep skirts. ਅਗਰ ਇੱਕੋ ਹੀ ਫ੍ਰੀਕੁਐਂਸੀ ਸਿਲੈਕਟ ਕਰਨੀ ਆ ਤੇ ਜਿਹੜਾ ਇਹਦਾ ਰਿਸਪੌਂਸ ਆ ਇੱਕਦਮ ਸ਼ਾਰਪ ਚਾਹੀਦਾ। ਸਟੀਪ ਰਾਈਜ਼ ਮੈਨੇ ਇੱਕਦਮ ਰਾਈਜ਼, ਜਿੱਦਾਂ ਕਹਿੰਦੇ ਨੇ ਵੀ ਜਿੱਦਾਂ ਆਪਾਂ ਨੈਣਾ ਦੇਵੀ ਜਾਂਦੇ ਆ ਜਾਂ ਹੇਮਕੁੰਟ ਜਾਂਦੇ ਆ ਤੇ ਐਨ ਸਿੱਧੀ ਚੜਾਈ ਤੇ ਆ ਇੱਕਦਮ ਸਟੀਪ ਤੇ, ਉਹਨੂੰ ਕਹਿੰਦੇ ਸਟੀਪ। ਪਤਾ ਲੱਗ ਗਿਆ? ਜੇ ਇੱਕੋ ਫ੍ਰੀਕੁਐਂਸੀ ਸਿਲੈਕਟ ਕਰਨੀ ਆ ਤੇ ਉਹਦਾ ਨੈਰੋ ਬੈਂਡ ਹੋਏਗਾ, ਇਸ ਕਰਕੇ ਫ੍ਰੀਕੁਐਂਸੀ ਰਿਸਪੌਂਸ ਜਿਹਦਾ ਸ਼ਾਰਪ ਚਾਹੀਦਾ। ਤੋ ਦੀ ਟੂਬ ਸਟੇਜ ਆਫ IF ਐਂਪਲੀਫਾਇਰ ਆਰ ਯੂਜ਼ਡ ਇਨ ਆਰਡਰ ਟੂ ਗੈਟ ਅ ਹਾਇਰ ਗੇਨ। ਹਾਂ, ਜੇ ਜ਼ਿਆਦਾ ਗੇਨ ਲੈਣਾ ਦੋ ਸਟੇਜਾਂ ਚ ਲਾਤਾ, ਪਹਿਲੀ ਐਂਪਲੀਫਿਕੇਸ਼ਨ, ਫਿਰ ਜੇ ਕਹਿੰਦਾ ਗੇਨ ਨਹੀਂ ਸਫੀਸ਼ੀਐਂਟ, ਇੱਕ ਗੇਨ ਹੋਰ ਵਧਾਉਣ ਲਈ ਐਂਪਲੀਫਾਇਰ ਸਟੇਜ ਹੋਰ ਲਗਾਤੀ ਤੇ ਐਂਪਲੀਫਿਕੇਸ਼ਨ ਕਰਨੀ ਟ੍ਰਾਂਜ਼ਿਸਟਰ ਨੇ। ਸੋ ਇੰਟਰਮੀਡੀਏਟ ਫ੍ਰੀਕੁਐਂਸੀ ਟ੍ਰਾਂਸਫਾਰਮਰ IFTs ਆਰ ਯੂਜ਼ਡ ਇਨ ਦੀ IF ਐਂਪਲੀਫਾਇਰ ਸਰਕਟ। ਇਹ ਮੈਂ ਤੁਹਾਨੂੰ ਪਹਿਲੇ ਦੱਸਤਾ। ਦੇ ਆਰ ਸਿੰਗਲ ਟਿਊਨ ਟ੍ਰਾਂਸਫਾਰਮਰ, ਸਿੰਗਲ ਟਿਊਨਡ, ਇੱਕੋ ਫ੍ਰੀਕੁਐਂਸੀ ਦੇ ਟ੍ਰਾਂਸਫਰ ਮਤਲਬ ਇੱਕ ਪਾਰਟਿਕੂਲਰ ਫ੍ਰੀਕੁਐਂਸੀ ਦੇ ਟਿਊਨ ਹੋਣ ਵਾਲੇ। ਸੋ IFTs ਆਰ ਇਨਕਲੋਜ਼ਡ ਇਨ ਅ ਮੈਟਲ ਕੰਟੇਨਰ। ਪਹਿਲਾਂ ਕਹਿਤਾ ਇੱਕ ਛੋਟੇ ਜਿਹੇ ਮੈਟਲ ਕੰਟੇਨਰ ਵਿੱਚ ਇਹਨੂੰ ਇਨਕਲੋਜ਼ ਕੀਤਾ ਹੁੰਦਾ। ਉਹਨਾਂ ਦੀ ਜਿਹੜੀ ਕੋਰ ਹੈ ਉਹ ਟਿਊਨੇਬਲ ਹੈ, ਉਹ 'ਚ ਕੱਟ ਜਿਹਾ ਦਿੱਤਾ ਹੁੰਦਾ। ਸਕਰੂ ਡਰਾਈਵਰ ਨਾਲ ਅਸੀਂ ਉਹਨੂੰ ਰੋਟੇਟ ਕਰਦੇ ਹਾਂ ਤਾਂ ਕਿ ਪਾਰਟਿਕੂਲਰ ਫ੍ਰੀਕੁਐਂਸੀ ਤੇ ਉਹ ਟਿਊਨ ਹੋ ਜਾਏ। ਤੇ ਜਿਹੜਾ CN ਕਪੈਸਿਟਰ ਹੈ ਇਹ ਨਿਊਟਰਲਾਈਜ਼ਿੰਗ ਕਪੈਸਿਟਰ ਹੈ। ਦੀ IF ਐਂਪਲੀਫਾਇਰਸ ਆਰ ਮੇਡ ਆਇਡੈਂਟੀਕਲ ਸੋ ਦੈਟ ਦੇ ਕੈਨ ਬੀ ਇੰਟਰਚੇਂਜ। ਤਿੰਨੋਂ ਹੀ IFT ਜਿਹੜੇ ਆ ਉਹ ਇੱਕੋ ਜਿਹੇ ਬਣਾਏ ਜਾਂਦੇ ਆ, ਇੱਕੋ ਜਿਹਾ ਬਣਾਇਆ, ਕਿਸੇ ਨੂੰ ਵੀ ਜਿੱਥੇ ਮਰਜ਼ੀ ਲਾ ਲਓ। ਪਤਾ ਲੱਗਾ? ਆਇਡੈਂਟੀਕਲ ਮੈਨੇ ਸੇਮ, ਤਾਂ ਕਿ ਅਸੀਂ ਜੇ ਇੰਟਰਚੇਂਜ ਵੀ ਕਰ ਸਕਦੇ ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਕਲੀਅਰ? ਹੈਲੋ, ਹਾਂਜੀ ਸਰ। ਇੱਥੇ ਥੱਲੇ ਹਾਂਜੀ ਸਰ। AGC ਜਿਹੜਾ ਹਾਂਜੀ ਸਰ, AGC ਆ, ਇੱਥੇ ਨੀਚੇ AGC ਦਿੱਤੀ, ਇਹਦਾ ਮਤਲਬ ਆਟੋਮੈਟਿਕ ਗੇਨ ਕੰਟਰੋਲ। ਮਤਲਬ ਜੇ ਗੇਨ ਵੱਧਦਾ ਤੇ ਇਹਨ ਕੰਟਰੋਲ ਕਰਨਾ, ਜੇ ਘਟਦਾ ਤਾਂ ਵੀ ਕੰਟਰੋਲ ਕਰਨਾ। ਕਲੀਅਰ? ਇਹ ਮੈਂ ਤੁਹਾਨੂੰ ਨੈਕਸਟ ਟਾਈਮ ਆਟੋਮੈਟਿਕ ਗੇਨ ਕੰਟਰੋਲ, ਸਿੰਪਲ ਕੰਟਰੋਲ ਕੀ ਆ, AGC ਕੀ ਆ, ਆਟੋਮੈਟਿਕ ਕਿੱਦਾਂ ਕੰਟਰੋਲ ਹੁੰਦਾ, ਇਹ ਨੈਕਸਟ ਟਾਈਮ ਮੈਂ ਡਿਸਕਸ ਕਰੂੰਗਾ। ਫਿਰ ਆ ਜਿਹੜਾ ਮੈਂ AM ਡਿਟੈਕਟਰ ਸਰਕਟ ਸੀ, ਇਹ ਆਪਾਂ PC ਦੇ ਵਿੱਚ ਕੀਤਾ ਸੀਗੀ ਗੱਲ। ਆ ਜਿੱਦਾਂ ਦੇਖੋ ਐਂਪਲੀਟਿਊਡ ਮੋਡੂਲੇਟਡ ਵੇਵ ਸਿਗਨਲ ਆ ਗਿਆ। ਡੀਮੋਡੂਲੇਟਰ ਦਾ ਰੋਲ ਹੈ, ਇਹਨੇ ਜਿਹੜੀ ਕੈਰੀਅਰ ਹੈ ਉਹਨੂੰ ਸਟਾਪ ਕਰ ਲੈਣਾ, ਓਰੀਜਨਲ ਕੱਢ ਦੇਣੀ, ਓਰੀਜਨਲ ਮੈਸੇਜ ਕੱਢ ਦੇਣਾ। ਸੋ ਇਹ ਆਪਾਂ PC ਵਿੱਚ ਡਿਸਕਸ ਕਰ ਚੁੱਕੇ ਸੀਗੇ। ਤੋ ਅੱਗੇ ਆ ਗਈ ਆ FM ਰਿਸੀਵਰ ਦੀ ਬਲੌਕ ਡਾਇਗਰਾਮ, ਠੀਕ ਹੈ। ਇਹਦੇ ਵਿੱਚ ਥੋੜਾ ਜਿਹਾ ਗੇਨ ਦੀ ਗੱਲ ਕੀਤੀ ਸੀ, ਤੇ ਇਹ ਆਪਾਂ ਨੈਕਸਟ ਟਾਈਮ ਮੈਂ ਪੂਰੀ ਤਰੀਕੇ ਨਾਲ ਤੁਹਾਨੂੰ ਮੈਂ ਗੇਨ ਦਾ ਜਿਹੜਾ ਡਿਸਕਸ ਕਰੂੰਗਾ।
फिलहाल आप FM रिसीवर की ब्लॉक डायग्राम डिस्कस करिए। हुण AM रिसीवर की गल कर हो चुकी आ, जिहड़ा मीडियम वेव ते शॉर्ट वेव दोनों ते काम करदा। फिर आप AM दे विच जिहड़े उहदे रिसीवर दीयां परफॉर्मेंस करैक्टर्स ते फ्रीकुएंसी पैरामीटर देखे सी। ਉਹਦੇ ਵਿੱਚ ਆਪਾਂ 535 किलो हर्ट्स ਲੈ ਕੇ 1650 किलो हर्ट्स तक मीडियम वेव ਦੀ ਬੈਂਡ ਹੈ ਤੇ ਦੂਜਾ 5 ਮੈਗਾਹਰਟਸ ਲੈ ਕੇ 15 ਮੈਗਾਹਰਟਸ ਤੱਕ ਸ਼ਾਰਟ ਵੇਵ ਬੈਂਡ ਹੈ, ਜਿਹਦੇ ਵਿੱਚ ਆਪਾਂ AM ਰਿਸੀਵਰਸ ਨੂੰ ਆਪਰੇਟ ਕਰ ਸਕਦੇ ਹਾਂ। ਤੇ AM ਰਿਸੀਵਰ ਦੀ ਜਿਹੜੀ IF ਹੈ ਉਹ 455 ਕਿਲੋ ਹਰਟਸ ਹੈ, ਜਿਹੜੀ AM IF ਦੀ ਬੈਂਡਵਿਡਥ ਹੈ ਉਹ 10 ਕਿਲੋ ਹਰਟਸ ਹੈ। ਜਿਹੜਾ FM ਰਿਸੀਵਰ ਹੈ, ਠੀਕ ਹੈ, ਇਹਦੇ ਵਿੱਚ ਜਿਹੜੀ FM ਰਿਸੀਵਰ ਹੈ ਇਹਦੀ ਫ੍ਰੀਕੁਐਂਸੀ ਰੇਂਜ ਜਿਹੜੀ FM ਦੀ ਆ ਉਹ 88 ਮੈਗਾਹਰਟਸ ਤੋਂ ਲੈ ਕੇ 108 ਮੈਗਾਹਰਟਸ ਹੈ। ਹੁਣ ਤੁਸੀਂ ਜੇ FM ਜਾਂ ਸਾਰੇ ਜਣੇ ਆਪਣੇ ਮੋਬਾਈਲ 'ਚ ਸੁਣਦੇ ਜਾਂ ਘਰਾਂ 'ਚ ਸੁਣਦੇ ਆ ਤੇ ਐਪ ਜਾਂ ਗੱਡੀ ਕਾਰ ਦੇ ਵਿੱਚ ਚਲਾਉਂਦੇ ਆ ਸੁਣਦੇ ਆ ਤੇ ਤੁਸੀਂ ਨੋਟ ਕਰਦੇ ਹੋਵੋਗੇ 91.90 ਜਾਂ 92.7 93.98.3 94.30 98.30 ਇਵਨ 95 ਮੈਗਾਹਰਟਸ ਤੇ ਵੀ ਹੈਗਾ, 96.1 ਤੇ ਵੀ ਸ਼ਾਇਦ ਹੈਗਾ। ਹੁਣ ਕਾਫੀ ਸਾਰੇ ਚੈਨਲ ਹੈਗਾ, ਇਹ ਸਾਰੇ ਚੈਨਲ 88 ਮੈਗਾਹਰਟਸ ਤੋਂ ਲੈ ਕੇ 108 ਮੈਗਾਹਰਟਸ ਦੇ ਵਿੱਚ ਹੀ ਹੈ। तो 108 ਦੇ ਵਿੱਚ ਜੋ 80 ਘਟਾ ਦੇਣਾ ਤਾਂ 20 ਮੈਗਾਹਰਟਸ ਹੈ। तो ਇਹਦਾ ਮਤਲਬ FM ਦੀ ਜਿਹੜੀ ਬੈਂਡਵਿਡਥ ਉਹ 20 ਮੈਗਾਹਰਟਸ ਹੈ। ਪਤਾ ਲੱਗ ਗਿਆ? ਉਸ 20 ਮੈਗਾਹਰਟਸ ਦੇ ਵਿੱਚ ਤਕਰੀਬਨ ਜੇ 100 ਚੈਨਲ ਵੀ ਆ ਜਾਂਦਾ ਤੇ ਹਰ ਇੱਕ ਚੈਨਲ ਨੂੰ 200 ਕਿਲੋ ਹਰਟਸ ਦੀ ਆਪਾਂ ਉਹ ਫ੍ਰੀਕੁਐਂਸੀ ਐਲੋਕੇਟ ਕਰਦੇ ਹਾਂ। ਮੈਂ FM ਦੇ ਵਿੱਚ ਲਾਸਟ ਟਾਈਮ PC ਦੇ ਵਿੱਚ ਡਿਸਕਸ ਕੀਤਾ ਸੀ, ਜਿੱਥੇ ਸਟੈਂਡ ਆਪਾਂ ਇਹਦੀ ਫ੍ਰੀਕੁਐਂਸੀ ਡੈਵੀਏਸ਼ਨ ਦੀ ਵੀ ਗੱਲ ਕੀਤੀ ਸੀ ਤੇ ਮੈਕਸਿਮਮ ਮੋਡੂਲੇਟਿੰਗ ਫ੍ਰੀਕੁਐਂਸੀ ਦੀ ਵੀ ਗੱਲ ਕੀਤੀ ਸੀ, ਮੋਡੂਲੇਸ਼ਨ ਇੰਡੈਕਸ ਦੀ ਵੀ ਗੱਲ ਕੀਤੀ ਸੀ। तो ये सारिया चीज़ां असीं PC दे विच डिस्कस कीतियां सी। तो उहदे नाल काफ़ी सारियां जुड़ियां हुई टर्मां वो CS1 दे विच है, ठीक है। FM रिसीवर की पहला ब्लॉक डायग्राम देखो, ये किदां दी आ। इहदे विच भी पहली स्टेज RF है, अंटीना अंटीना दे AM विच भी सी ते इत्थे भी सी, क्योंकि जिहड़ा भी रिसीवर आ उहने उत्ते अंटीना लगा ही होना, रिसीविंग अंटीना दे विच ट्यूनिंग सर्किट हुंदा, LC सर्किट पहले दसदा। ਜਿਹੜੀ RF ਐਂਪਲੀਫਾਇਰ ਸਟੇਜ ਹੈ ਇਹਨੇ ਜਿਹੜੀ ਇਨਕਮਿੰਗ ਸਿਗਨਲਸ ਹੈ ਉਹਨੂੰ ਪਾਰਟਿਕੂਲਰ ਫ੍ਰੀਕੁਐਂਸੀ ਤੇ ਟਿਊਨ ਕਰਨਾ। ਫਿਰ ਅਗਲੀ ਸਟੇਜ ਮਿਕਸਚਰ ਹੈ ਤੇ ਇੱਥੋਂ ਲੋਕਲ ਆਸੀਲੇਟਰ ਹੈ। तो ਮਿਕਸਚਰ ਨੇ ਜਿਹੜੀ ਇਨਕਮਿੰਗ RF ਐਂਪਲੀਫਾਇਰ ਦੀ ਸਟੇਜ ਹੈ ਤੇ ਲੋਕਲ ਆਸੀਲੇਟਰ ਦੀ ਫ੍ਰੀਕੁਐਂਸੀ ਨੂੰ ਮਿਕਸ ਕਰਕੇ ਚਾਰ ਕੰਪੋਨੈਂਟ ਕੱਢਣੇ ਅੱਗੇ। ਤੇ ਅਸੀਂ ਕੀ ਆ ਡਿਫਰੈਂਸ ਵਾਲਾ ਲੈ ਲੈਂਦਾ, ਉਹਨੂੰ ਕਹਿੰਦੇ IF, ਉਹਨੂੰ ਅੱਗੇ ਇਹਨੇ ਐਂਪਲੀਫਾਈ ਕਰ ਦੇਣਾ। ਪਰ ਇਸ ਤੋਂ ਬਾਅਦ ਅੱਗੇ ਇਹਦੇ ਵਿੱਚ ਦੇਖੋ ਲਿਮਟਰ ਲੱਗਾ ਹੈ। ਇੱਥੇ ਲਿਮਟਰ ਦਾ ਮਤਲਬ ਹੈ ਕਈ ਵਾਰੀ ਕੀ ਹੁੰਦਾ ਉਦਾਂ ਜਿਹੜਾ ਸਿਗਨਲ ਆ ਰਿਹਾ ਜਿਹੜਾ FM ਹੈ, ਫ੍ਰੀਕੁਐਂਸੀ ਮੋਡੂਲੇਟਡ ਸਿਗਨਲ ਦੇ ਵਿੱਚ ਕੈਰੀਅਰ ਦੀ ਫ੍ਰੀਕੁਐਂਸੀ ਦੇ ਵਿੱਚ ਚੇਂਜ ਹੁੰਦੀ ਆ। ਜੇ ਕੈਰੀਅਰ ਦੀ ਫ੍ਰੀਕੁਐਂਸੀ 'ਚ ਚੇਂਜ ਆਈ ਤੇ ਤਾਂ ਅਸੀਂ ਕਹਿੰਦੇ ਕਿ ਇਨਫੋਰਮੇਸ਼ਨ ਟਰਾਂਸਲੇਟ ਹੋ ਰਹੀ ਆ। ਪਰ ਜੇ ਉਹਦੇ ਐਂਪਲੀਟਿਊਡ 'ਚ ਚੇਂਜ ਆਈ, ਮਾੜੀ ਮੋਟੀ ਫਲਕਚੁਏਸ਼ਨ ਆ ਜਾਂਦੀ, ਕਈ ਵਾਰੀ ਸਿਗਨਲ ਫਾਰ ਐਂਡ ਤੋਂ ਟਰਾਂਸਮਿਟਿੰਗ ਐਂਡ ਤੋਂ ਜਦੋਂ ਰਿਸੀਵਿੰਗ ਐਂਡ ਤੱਕ ਟਰੈਵਲ ਕਰਕੇ ਆਉਂਦਾ ਤੇ ਉਹਦੇ ਵਿੱਚ ਥੋੜੀ ਬਹੁਤ ਨੋਇਜ਼ ਐਡ ਹੋ ਜਾਂਦੀ ਆ ਮੀਡੀਅਮ ਦੇ ਵਿੱਚੋਂ। ਜੋ ਮੀਡੀਅਮ 'ਚ ਹੋ ਜਾਂਦਾ ਜਾਂ ਕੰਪੋਨੈਂਟ ਜਿਹੜੇ ਆ ਜਾਂ ਸਿਸਟਮ ਜਿਹੜਾ ਉਹਦੀ ਉਹ ਪੂਰਾ ਇੱਕ ਕੰਪਲੀਟ ਪ੍ਰੋਪਰ ਨਹੀਂ ਹੁੰਦਾ, ਉਹਦੀ ਵੀ ਥੋੜੀਆਂ ਬਹੁਤ ਲਿਮਿਟੇਸ਼ਨ ਕਰਕੇ ਥੋੜੀ ਬਹੁਤ ਨੋਇਜ਼ ਐਡ ਹੋ ਜਾਂਦੀ ਹੈ। ਉਸ ਨੋਇਜ਼ ਨੂੰ ਲਿਮਿਟ ਕਰਨ ਵਾਸਤੇ, ਕੰਟਰੋਲ ਕਰਨ ਵਾਸਤੇ ਲਿਮਟਰ ਸਰਕਟ ਲਗਾਇਆ ਜਾਂਦਾ। ਕਲੀਅਰ? ਕਲੀਅਰ? ਹਾਂਜੀ ਸਰ। ਹਾਂ, ਫਿਰ ਲਿਮਟਰ ਦੀ ਜਿਹੜੀ ਆਊਟਪੁੱਟ ਹੈ ਉਹ ਅਸੀਂ FM ਡਿਟੈਕਟਰ ਨੂੰ ਦਿੰਦੇ ਆ। FM ਡਿਟੈਕਟਰ ਜਿੱਦਾਂ ਉਹ ਆਪਾਂ ਪਹਿਲਾਂ ਪੜ੍ਹੇ ਆ ਰਿਐਕਟੈਂਸ ਵਾਲੇ, ਉੱਥੇ ਦਾ ਮੋਡੂਲੇਟਰ ਪੜ੍ਹਿਆ, FM ਡਿਟੈਕਟਰ ਆਪਾਂ ਪੜ੍ਹੇ ਨਹੀਂ ਸੀਗੇ ਜਿੱਥੇ ਆਪਾਂ ਲੀਨੀਅਰਿਟੀ ਦੀ ਗੱਲ ਕੀਤੀ ਸੀ, ਜਿੱਦਾਂ ਫੋਸਟਰ ਸੀਲੇ ਪੜ੍ਹਿਆ ਸੀ ਆਪਾਂ, ਫੋਸਟਰ ਸੀਲੇ ਪੜ੍ਹਿਆ ਨਹੀਂ ਸੀਗਾ, ਕੁਆਡਰੇਚਰ ਪੜ੍ਹਿਆ ਸੀਗਾ, ਰੇਸ਼ੋ ਡਿਟੈਕਟਰ ਪੜ੍ਹਿਆ ਸੀ PC ਦੇ ਵਿੱਚ। ਹਾਂਜੀ ਸਰ ਪੜਿਆ ਸੀ। ਹਾਂ, ਸਿੰਪਲ ਸਲੋਪ ਡਿਟੈਕਟਰ ਪੜਿਆ ਸੀ, ਬੈਲੈਂਸ ਸਲੋਪ ਡਿਟੈਕਟਰ ਪੜਿਆ ਸੀ, ਉਹ ਸਾਰੇ ਕੀ ਸੀਗੇ? FM ਡਿਟੈਕਟਰਸ। ਕਲੀਅਰ? ਉਹਦਾ ਰੋਲ ਹੈ ਉਹਨੇ ਕੀ ਕਰਨਾ? ਓਰੀਜਨਲ ਸਿਗਨਲ ਨੂੰ ਕੱਢਣਾ। ਹੁਣ ਆਪਾਂ ਜਦੋਂ ਟਰਾਂਸਮਿਟਿੰਗ ਕਰਦੇ ਸੀ, ਜਦੋਂ FM ਨੂੰ ਟਰਾਂਸਮਿਟ ਕੀਤਾ ਸੀ, ਉੱਥੇ ਆਪਾਂ ਇਹਨੂੰ ਪ੍ਰੀ ਐਮਫੈਸਿਸ ਕੀਤਾ ਸੀ। ਪ੍ਰੀ ਐਮਫੈਸਿਸ ਦਾ ਮਤਲਬ ਹੈ ਜਿਹੜੀ ਮੋਡੂਲੇਟਿੰਗ ਫ੍ਰੀਕੁਐਂਸੀ ਆ ਉਹਦੇ ਵਿੱਚ ਇਨਫੋਰਮੇਸ਼ਨ ਹੈ। ਹੁਣ ਮੋਡੂਲੇਟਿੰਗ ਜਿਹੜੀ ਫ੍ਰੀਕੁਐਂਸੀ ਆ ਉਹ ਆਡੀਓ ਦੀ ਰੇਂਜ 'ਚ ਹੈ, ਉਹ ਤਾਂ ਜਿੱਦਾਂ 20 ਹਰਟਸ ਤੋਂ ਲੈ ਕੇ 15 ਕਿਲੋ ਹਰਟਸ ਤੱਕ ਸੀ। 20 ਹਰਟਸ ਤੋਂ ਲੈ ਕੇ ਜੇ ਆਪਾਂ 100 ਹਰਟਸ ਲੈ ਲਈਏ ਜਾਂ 1 ਕੇ ਲੈ ਲਈਏ, 2 ਕੇ ਲੈ ਲਈਏ, 5 ਕੇ ਲੈ ਲਈਏ, 6 ਕੇ ਲੈ ਲਈਏ, ਇਹ ਲੋਅਰ ਫ੍ਰੀਕੁਐਂਸੀ ਰੇਂਜ ਆ। ਜਦੋਂ ਅਸੀਂ 5K ਤੋਂ ਜਾਂ 6K ਤੋਂ ਉੱਪਰ ਜਾਂਦੇ 15 ਵੱਲ ਨੂੰ, ਉਹ ਉਹਦੇ ਵਿੱਚ ਹਾਇਰ ਫ੍ਰੀਕੁਐਂਸੀ ਹੈ, ਪਰ ਇਨਫੋਰਮੇਸ਼ਨ ਸਾਰੇ ਵਿੱਚ ਹੀ ਆ। ਉਹ ਕੀ ਕਰਦਾ ਸੀ? ਕਹਿੰਦਾ ਜਿਹੜੀ ਹਾਇਰ ਫ੍ਰੀਕੁਐਂਸੀ ਆ ਉੱਥੇ ਨੋਇਜ਼ ਆਉਂਦੀ ਜ਼ਿਆਦਾ, ਤੇ ਉਸਨੇ ਨੋਇਜ਼ ਨੂੰ ਓਵਰਕਮ ਕਰ ਲਈ। ਕਈ ਵਾਰੀ ਜਿੱਦਾਂ ਤੁਸੀਂ, ਮੈਂ ਕਈ ਵਾਰੀ ਕਹਿੰਦਾ ਨਹੀਂ ਕਲਾਸ ਦੇ ਵਿੱਚ
ਜੇ ਟੀਚਰ ਸਲੋ ਬੋਲੇ, ਕਿਉਂਕਿ ਟੀਚਰ ਦਾ ਜਿਹੜਾ ਬੋਲਿਆ ਉਹ ਇਨਫੋਰਮੇਸ਼ਨ ਹੈ ਤੇ ਆਵਾਜ਼ ਕਲਾਸ ਦੇ ਵਿੱਚ ਜਿਹੜੀ ਕਲਾਸ ਹੈ ਰਿਸੀਵ ਕਰ ਰਹੀ ਆ, ਤੇ ਉਹਦੇ ਵਿੱਚ ਕੋਈ ਬੱਚਾ ਅਗਰ ਬੋਲਦਾ ਉਹ ਨੁਆਇਜ਼ ਹੈ। ਅਗਰ ਉਹ ਨੁਆਇਜ਼ ਟੀਚਰ ਦੀ ਆਵਾਜ਼ ਤੋਂ ਵੱਧ ਹੈ ਤੇ ਫਿਰ ਨੁਆਇਜ਼ ਨੇ ਟੀਚਰ ਦੀ ਆਵਾਜ਼ ਯਾਨੀ ਟੀਚਰ ਦੇ ਸਿਗਨਲ ਨੂੰ ਕਾਬੂ ਪਾ ਲੈਣਾ। ਤੇ ਜੇ ਟੀਚਰ ਦੀ ਆਵਾਜ਼ ਹੀ ਵਧਾ ਦਈਏ ਅਸੀਂ, ਮੰਨ ਲਓ ਜਿਹੜਾ ਟਰਾਂਸਮਿਟਰ ਆ ਉਹਦੀ ਅਸੀਂ ਜੇ ਆਵਾਜ਼ ਹੀ ਵਧਾ ਦਈਏ ਜਾਂ ਉਹਦਾ ਵੋਲਿਊਮ ਵਧਾ ਦਈਏ ਜਾਂ ਅਸੀਂ ਉਹਦੀ ਐਂਪਲੀਟਿਊਡ ਵਧਾ ਦਈਏ, ਫਿਰ ਜਿਹੜੀ ਉਹਦੀ ਹਾਈ ਫ੍ਰੀਕੁਐਂਸੀ ਦੇ ਸਿਗਨਲ ਜਿਹੜਾ ਆ ਉਹ ਅਸੀਂ ਟਰਾਂਸਮਿਟ ਕਰ ਸਕਦੇ ਹਾਂ। ਪਤਾ ਲੱਗ ਗਿਆ? ਉਹਦੇ ਵਿੱਚ ਮੋਡੂਲੇਸ਼ਨ ਇੰਡੈਕਸ ਦੀ ਵੀ ਗੱਲ ਆਈ ਸੀ। ਤੋਂ ਅਸੀਂ ਟਰਾਂਸਮਿਟਿੰਗ ਐਂਡ ਤੇ ਪ੍ਰੀ ਐਮਫੈਸਿਸ ਕਰਦੇ ਹਾਂ, ਰਿਸੀਵਿੰਗ ਐਂਡ ਤੇ ਅਸੀਂ ਡੀ ਐਮਫੈਸਿਸ ਕਰਦੇ ਹਾਂ। ਪਤਾ ਲੱਗ ਗਿਆ? ਪ੍ਰੀ ਐਮਫੈਸਿਸ ਦਾ ਮਤਲਬ ਹੈ ਉੱਥੇ ਅਸੀਂ ਹਾਈ ਫ੍ਰੀਕੁਐਂਸੀ ਦੇ ਸਿਗਨਲ ਨੂੰ ਭੇਜ, ਕਿਉਂਕਿ ਜਿਹੜੀ ਹਾਈ ਫ੍ਰੀਕੁਐਂਸੀ ਵਾਲੇ ਸਿਗਨਲ ਸੀਗੇ ਉਹਦੇ ਵਿੱਚ ਇਨਫੋਰਮੇਸ਼ਨ ਸਿਗਨਲ ਦੇ ਵਿੱਚ ਉਹੀ ਪਾਸ ਹੋਣੇ ਸੀ, ਫਿਰ ਅਸੀਂ ਉਹਨੂੰ ਐਫਐਮ ਨਾਲ ਮੋਡੂਲੇਟ ਕਰਕੇ ਟਰਾਂਸਮਿਟ ਕਰਦੇ ਸੀ। ਇੱਥੇ ਕੀ ਕਰਨਾ ਹੁਣ, ਕਿਉਂਕਿ ਸਾਨੂੰ ਇਨਫੋਰਮੇਸ਼ਨ ਤਾਂ ਲੋ ਫ੍ਰੀਕੁਐਂਸੀ, ਇਹਨੇ ਹਾਈ ਫ੍ਰੀਕੁਐਂਸੀ ਨੂੰ ਸਟਾਪ ਕਰ ਲੈਣਾ, ਜਿਹੜੀ ਲੋ ਵਾਲੀ ਆ ਉਹਨੂੰ ਇਹਨੇ ਪਾਸ ਕਰ ਦੇਣਾ। ਅਸੀਂ ਕੀ ਕਰਦੇ ਸੀ, ਅਸੀਂ ਉੱਥੇ ਅਸੀਂ ਉਹਦਾ ਗੇਨ ਵਧਾਉਂਦੇ ਸੀ ਪ੍ਰੀ ਐਮਫੈਸਿਸ ਦੇ ਵਿੱਚ, ਇੱਥੇ ਅਸੀਂ ਉਨਾ ਹੀ ਗੇਨ ਘਟਾ ਦੇਣਾ। ਕਲੀਅਰ? ਉਹ ਪਤਾ ਲੱਗ ਗਿਆ? 2122 ਹਾਂਜੀ ਦਾ ਸਰ 2.12 ਕਿਲੋ ਹਰਟਜ਼ ਤੋਂ ਲੈ ਕੇ 15 ਕਿਲੋ ਹਰਟਜ਼ ਤੱਕ ਵਿੱਚ ਪ੍ਰੀ ਐਮਫੈਸਿਸ ਦੇ ਵਿੱਚ ਜਿੰਨਾ ਗੇਨ ਵਧਾਇਆ ਉਨਾ ਹੀ ਇੱਥੇ ਘਟਾ ਦੇਣਾ। ਤੇ ਓਰੀਜਨਲ ਜਿਹੜੀ ਸਾਡੀ ਨਿਕਲੀ ਉਹ ਆਡੀਓ, ਉਹਨੂੰ ਐਂਪਲੀਫਾਈ ਕਰਕੇ ਉਹਦੀ ਪਾਵਰ ਵਧਾ ਕੇ ਸਪੀਕਰ ਨੂੰ ਦੇ ਦੇਣੀ। ਕਲੀਅਰ? ਹਾਂਜੀ ਸਰ ਹਾਂ ਹਾਂਜੀ ਸਰ। ਇਹਦੇ ਵਿੱਚ ਵੀ ਜਿੱਥੇ ਮਿਕਸਰ ਲੱਗਾ ਨਾ ਉੱਥੇ ਸੁਪਰ ਹੀਟਰੋਡਾਈਨ ਦਾ ਕੰਸੈਪਟ ਹੈ। ਮੈਂ ਸੁਪਰ ਹੀਟਰੋਡਾਈਨ ਮੀਨਸ ਹੀਟਰੋਡਾਈਨਿਕ ਮੀਨਸ ਮਿਕਸਚਰ, ਮਿਕਸ ਕਰਨਾ। ਮਿਕਸ ਕਿਹਨੂੰ ਕਰਨਾ? ਇਨਕਮਿੰਗ ਨੂੰ ਤੇ ਲੋਕਲ ਆਸਲੇਟਰ ਨੇ ਜਿਹੜੀ ਫ੍ਰੀਕੁਐਂਸੀ ਜਨਰੇਟ ਕਰਨੀ ਉਹਨੂੰ ਕਰਨਾ। ਸਮਝ ਆ ਗਈ? ਹੁਣ ਪਤਾ ਲੱਗ ਗਿਆ ਬੇਟੇ? ਹਾਂਜੀ ਸਰ। ਹਾਂ, Yes, earlier sir. we have learned about, ਪਹਿਲਾਂ ਅਸੀਂ ਕੀ ਕੀਤਾ, ਅਸੀਂ ਜਿੱਦਾਂ ਪੀਸੀ ਦੇ ਵਿੱਚ ਅਸੀਂ ਇਹ ਕਹਿੰਦਾ ਸਿੱਖਿਆ ਵੀ ਐਫਐਮ ਜਨਰੇਟ ਕਿੱਦਾਂ ਕਰਨਾ, ਜਾਂ ਇਹਦੇ ਵਿੱਚ ਵੀ ਐਫਐਮ ਟਰਾਂਸਮਿਟਰ ਆਪਾਂ ਪੜ੍ਹਿਆ, ਐਫਐਮ ਟਰਾਂਸਮਿਟਰ ਪੜ੍ਹਿਆ, ਐਫਐਮ ਦੀ ਟਰਾਂਸਮਿਸ਼ਨ ਜਨਰੇਸ਼ਨ, ਤੇ ਨਾਓ ਲੈਟ ਅਸ ਸੀ ਉਹਨੂੰ ਆਪਾਂ ਐਫਐਮ ਨੂੰ ਰਿਸੀਵ ਕਿੱਦਾਂ ਕਰਨਾ ਜਾਂ ਡੀਮੋਡੂਲੇਟ ਕਰਨਾ। ਆਹ ਬਲੌਕ ਡਾਇਗਰਾਮ ਦਿਖਾਈ ਆ ਸਾਡੇ ਮਾਈਂਡ 'ਚ ਪਹਿਲੀ ਜਿਹੜੀ, ਇਹ ਵੀ ਇੱਕ ਕਿਸਮ ਦਾ ਏਐਮ ਰਿਸੀਵਰ ਵਰਗਾ ਹੀ ਆ। ਇਹਦੇ ਵਿੱਚ ਫਰਕ ਕੀ ਆ? ਇਹਦੇ ਵਿੱਚ ਲਿਮਟਰ ਦਾ ਫਰਕ ਆ 4 ਸਟੇਜਾਂ ਦਾ ਆਟੋਮੈਟਿਕਲੀ ਗੇਨ ਕੰਟਰੋਲ ਆ, ਆਰਐਫ ਮਿਕਸਰ, ਠੀਕ ਆ, ਆਈਐਫ ਤੇ ਈਵਨ ਲਿਮਟਰ। ਤੇ ਇਹਦੇ ਵਿੱਚ ਉੱਥੇ ਏਐਮ ਡਿਟੈਕਟਰ ਸੀ, ਇੱਥੇ ਐਫਐਮ ਡਿਟੈਕਟਰ ਆ ਉੱਥੇ, ਠੀਕ ਹੈ, ਇੱਥੇ ਡੀਐਫਐਸਐਸ ਹੈ। ਇਹ ਫਰਕ ਹੈ, ਪਤਾ ਲੱਗ ਗਿਆ? FM receiver also operates on the principle of super heterodyning as in the AM receiver. However, even though the AM and FM receivers operate on the same principle and blocks, IF ਤੱਕ ਤਾਂ ਸਾਰੇ ਬਲੌਕ ਸੇਮ ਆ, ਪਰ IF ਤੋਂ ਬਾਅਦ ਜਿਹੜਾ FM receiver ਆ ਇਹਦੇ ਬਲੌਕ AM ਨਾਲੋਂ ਡਿਫਰੈਂਟ ਹੈ। ਠੀਕ ਹੈ, AM ਤੇ FM 'ਚ ਫਰਕ ਕੀ ਆ? ਫਰਕ ਕੀ ਆ? ਆਪਰੇਟਿੰਗ ਫ੍ਰੀਕੁਐਂਸੀ ਜਿਹੜੀ FM ਦੀ ਉਹ ਕਾਫੀ ਹਾਈ ਆ, ਇਹ ਮੈਗਾਹਰਟਜ਼ ਵਿੱਚ ਹੈ, ਇਹ ਕਿਲੋ ਹਰਟਜ਼ ਦੇ ਵਿੱਚ ਹੈ। ਕਲੀਅਰ? और दे दो। ਉਹ ਪਿੱਛੇ ਆਵਾਜ਼ਾਂ ਕਿਉਂ ਆ ਰਹੀਆਂ? ਆਵਾਜ਼ ਬੰਦ ਕਰੋ ਪਿੱਛੋਂ। चल आई खा ला। ਦੇਖ ਪਿੱਛੋਂ ਆਵਾਜ਼ ਆਈ ਜਿਹੜੀ ਉਹਨੂੰ ਬੰਦ ਕਰੋ। ਆਪਰੇਟਿੰਗ ਫ੍ਰੀਕੁਐਂਸੀ ਜਿਹੜੀ FM ਦੀ ਆ AM ਨਾਲੋਂ ਕਿਤੇ ਜ਼ਿਆਦਾ, ਇਹ ਮੈਗਾਹਰਟਜ਼ ਦੀ ਰੇਂਜ ਆ। ਇਹ 88 ਹਰਟਜ਼ ਤੋਂ ਲੈ ਕੇ 108 ਮੈਗਾਹਰਟਜ਼ ਹੈ। ਇਹ 535 ਤੋਂ ਲੈ ਕੇ 1650 ਕਿਲੋ ਹਰਟਜ਼ ਹੈ, ਜਾਂ 1635 ਜਾਂ 40 ਕਿਲੋ ਹਰਟਜ਼ ਹੈ। FM receivers need the circuits like limiter and de-emphasis. ਇੱਥੇ ਲਿਮਟਰ ਤੇ ਡੀ-ਐਮਫੈਸਿਸ ਚਾਹੀਦੇ ਆ। FM demodulators are different from AM detectors. ਪਤਾ ਲੱਗ ਗਿਆ? The method to obtain AGC is different in FM receivers. Automatic gain control ਜਿਹੜਾ ਆਟੋਮੈਟਿਕ ਜਿਹੜਾ AGC ਨੂੰ obtain ਕਰਨ ਦਾ ਮੈਥਡ FM receiver ਦੇ ਵਿੱਚ AM ਨਾਲੋਂ ਅਲੱਗ ਆ। Now let us study the FM receiver circuit block by block. ਆਪਾਂ ਦੇ ਸਾਡੇ ਕੋਲ 1 ਮਿੰਟ 1.5 ਮਿੰਟ ਰਹਿ ਗਿਆ, ਹੁਣ ਇਹ ਵੀ ਅੱਜ ਘਟ ਗਿਆ ਟਾਈਮ। ਤੇ ਪਹਿਲੀ ਬਲੌਕ ਇਹਦਾ RF ਐਂਪਲੀਫਾਇਰ ਹੈ। ਇਹਦਾ ਮਤਲਬ ਇੱਥੋਂ ਹੀ ਕੱਲ ਨੂੰ ਨੈਕਸਟ ਟਾਈਮ ਚੱਲੂਗਾ, ਫਿਰ ਮੈਂ ਮੰਡੇ ਤੋਂ, ਠੀਕ ਹੈ, ਕੱਲ ਦੀ ਛੁੱਟੀ ਹੈ ਜਾਂ ਫਰਾਈਡੇ ਤੋਂ, ਸੌਰੀ। RF ਐਂਪਲੀਫਾਇਰ ਜਿਹੜੀ ਪਹਿਲੀ ਸਟੇਜ ਹੈ, ਇਹ ਦੇਖੋ 1 ਮਿੰਟ ਤੋਂ ਹੁਣ 1 ਮਿੰਟ ਦੇਖੋ, ਪਹਿਲੀ ਸਟੇਜ RF ਹੈ, ਆ ਰਿਸੀਵਿੰਗ ਐਂਟੀਨਾ, ਠੀਕ ਹੈ, ਐਂਟੀਨਾ ਤੋਂ ਆ ਜਿਹੜੀ ਸਾਡੀ ਗਰਾਊਂਡਡ ਗੇਟ FET RF ਐਂਪਲੀਫਾਇਰ, ਇਹ 'ਚ FET ਲੱਗਾ, ਜਿਹੜਾ ਇਹਦੇ ਵਿੱਚ ਆ ਸੋਰਸ ਡਰੇਨ ਤੇ ਆ ਗੇਟ ਲੱਗਾ, ਗੇਟ ਦੀ ਆਪਾਂ ਗਰਾਊਂਡਿੰਗ ਕੀਤੀ ਆ। ਇਧਰਲੇ ਪਾਸੇ RG ਤੇ CG ਆ ਜਿਹੜਾ ਆ ਇੱਕ ਸਰਕਟ ਲੱਗਾ ਆ,
ਦੇਖੋ ਆ ਇਨਪੁਟ ਟਰਾਂਸਫਾਰਮਰ ਆ, ਇਹਦੇ ਨਾਲ ਆ ਐਲਸੀ ਇੱਕ ਕਿਸਮ ਦਾ ਟਿਊਨਿੰਗ ਕਰ ਦਿੱਤੀ, ਠੀਕ ਨਹੀਂ। ਇਹਨੇ ਜਿਹੜੀ ਪਾਰਟੀਕਲ ਫ੍ਰੀਕੁਐਂਸੀ ਕੱਢਣੀ ਆ ਉਹਨੂੰ ਇਹਨੇ ਐਂਪਲੀਫਾਈ ਕਰ ਦੇਣਾ, ਪਤਾ ਲੱਗ ਗਿਆ। ਤੇ ਇਹਨੇ ਡੀਕਪਲਿੰਗ ਕੀਤੀ ਤੇ ਆ ਜਿਹੜੀ VDD ਆ ਇਹਦੀ ਬਾਈਸਿੰਗ ਵਾਸਤੇ ਆ, ਠੀਕ ਹੈ। ਜਿਹੜੀ ਇਹਨੇ ਆਊਟਪੁੱਟ ਜਨਰੇਟ ਕਰਨੀ ਆ ਉਹ ਅਸੀਂ ਅੱਗੇ ਐਂਪਲੀਫਾਇਰ ਨੂੰ ਦੇ ਦੇਣੀ ਆ, ਪਤਾ ਲੱਗ ਗਿਆ। ਸੋ ਉਹਨੇ ਕੀ ਕਹਿੰਦਾ 1 ਮਿੰਟ ਤੋਂ ਘੱਟ ਰਹਿ ਗਿਆ ਬੇਟੇ, ਇਹਨੂੰ ਮੈਂ ਕੱਲ ਡਿਸਕਸ ਕਰੂੰਗਾ, ਠੀਕ ਹੈ। यस सर। आई एम गोइंग टू स्टॉप नाउ, Okay, sir. स्क्रीनशॉट लो। ले ले सर। ओके सर कल छुट्टी कर दी है? कल छुट्टी है, बस गस्टेड हॉलीडे है, कल कोई क्लास नहीं। नाभा Okay, sir. कोई है कोई दसांगे बाद च। ओके बेटे, गुड ठीक डे। है सर। Okay.